ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਰੰਟ ਅਫੇਅਰਸ ਨੂੰ ਕੰਟੀਨਿਊ ਕਰਦੇ ਹੋਏ ਆਪਾਂ 10 ਸਤੰਬਰ ਦੇ ਕਰੰਟ ਅਫੇਅਰਸ ਕਰਨੇ ਆ। ਦਿਸ ਵੀਡੀਓ ਇਜ਼ ਪ੍ਰੈਜ਼ੈਂਟਡ ਬਾਈ ਮੀ ਰਮਨਦੀਪ ਕੌਰ। ਮੇਕ ਸ਼ੋਰ ਕਿ ਤੁਸੀਂ ਅਗਸਤ ਮੰਥ ਦੇ ਤੇ 9 ਸਤੰਬਰ ਤੱਕ ਦੇ ਕਰੰਟ ਅਫੇਅਰ ਸਾਰੇ ਦੇਖ ਲਏ ਹੋਣ। ਚੈਨਲ ਦੀ ਪਲੇਲਿਸਟ ਹੈ ਜਿਹੜੀ ਵਿਜ਼ਿਟ ਕਰ ਲਿਓ, ਉੱਥੇ ਤੁਸੀਂ ਉਹਨੂੰ ਚੈੱਕਆਊਟ ਕਰ ਸਕਦੇ ਹੋ ਵੀਡੀਓਜ਼ ਨੂੰ। ਉਹਨਾਂ ਨੂੰ ਜ਼ਰੂਰ ਇੱਕ ਵਾਰ ਦੇਖ ਲੈਣਾ, ਤਾਂ ਹੀ ਕਰਕੇ ਤੁਹਾਨੂੰ ਬੈਟਰ ਵੇ ਨਾਲ ਤੁਹਾਡੀ ਜਿਹੜੀ ਕਿ ਰਿਵੀਜ਼ਨ ਹੈ ਹੋ ਸਕੇ। ਕਲੀਅਰ ਹੈ। ਇਸ ਤੋਂ ਇਲਾਵਾ ਡਿਸਕ੍ਰਿਪਸ਼ਨ ਬਾਕਸ ਹੈ ਜਿਹੜਾ ਤੁਸੀਂ ਚੈੱਕਆਊਟ ਕਰ ਲੈਣਾ, ਉੱਥੇ ਤੁਹਾਨੂੰ ਟੈਲੀਗ੍ਰਾਮ ਗਰੁੱਪ ਦਾ ਲਿੰਕ ਮਿਲ ਜੂਗਾ। ਉਹ ਲਿੰਕ ਨੂੰ ਜੁਆਇਨ ਕਰਕੇ ਤੁਸੀਂ ਟੈਲੀਗ੍ਰਾਮ ਗਰੁੱਪ ਹੈ ਜਿਹੜਾ ਜੁਆਇਨ ਕਰ ਸਕਦੇ ਹੋ। ਉਹ ਗਰੁੱਪ ਦੇ ਵਿੱਚ ਤੁਹਾਨੂੰ ਜਿਹੜੀ ਅਪਡੇਟ ਮਿਲਦੀ ਰਹੂਗੀ, ਠੀਕ ਹੈ, ਚਾਹੇ ਉਹ YouTube ਦੀਆਂ ਵੀਡੀਓਜ਼ ਹੈ, ਚਾਹੇ ਉਹ ਅਨਅਕੈਡਮੀ ਤੇ ਫਨਕਾਰ ਸਰ ਦੀਆਂ ਵੀਡੀਓਜ਼ ਹੈ। ਓਕੇ ਆ ਜੀ। ਹਾਂਜੀ, ਆਪਾਂ ਕਰੰਟ ਅਫੇਅਰਸ ਨੂੰ ਸ਼ੁਰੂ ਕਰਦੇ ਹਾਂ ਬਿਨਾਂ ਆਪਾਂ ਟਾਈਮ ਵੇਸਟ ਕੀਤੇ। ਤਾਂ ਜਿਹੜੀ ਪਹਿਲੀ ਨਿਊਜ਼ ਹੈ ਉਹ ਹੈਗੀ ਇੰਪੋਰਟੈਂਟ ਡੇਜ਼ ਤੋਂ ਨਿਊਜ਼ ਹੈ। ਕਹਿੰਦੇ 8 ਸਤੰਬਰ ਨੂੰ ਕਿਹੜਾ ਡੇ ਮਨਾਇਆ ਜਾਂਦਾ? ਇੰਟਰਨੈਸ਼ਨਲ ਲਿਟਰੇਸੀ ਡੇ। ਤੁਸੀਂ ਇਮੇਜ ਦੇ ਵਿੱਚ ਦੇਖ ਸਕਦੇ ਹੋ, ਠੀਕ ਹੈ। ਇਹ ਜਿਹੜਾ ਇੰਟਰਨੈਸ਼ਨਲ ਲਿਟਰੇਸੀ ਡੇ ਹੈਗਾ 1966 ਦੇ ਵਿੱਚ ਮਨਾਇਆ ਜਾਣਾ ਸ਼ੁਰੂ ਹੋਇਆ। ਇਹਨੂੰ ਯਾਦ ਰੱਖਣਾ। ਇਸ ਵਾਰ ਦਾ ਜਿਹੜਾ ਥੀਮ ਹੈ ਆਪਾਂ ਇਹਦਾ ਵੀ ਨੋਟ ਕਰ ਲੈਂਦੇ ਹਾਂ। ਥੀਮ ਕੀ ਹੈ ਇਹਦਾ? ਧਿਆਨ ਨਾਲ ਨੋਟ ਕਰ ਲਿਓ। ਦੈਟ ਇਜ਼ ਲਿਟਰੇਸੀ ਟੀਚਿੰਗ ਐਂਡ ਲਰਨਿੰਗ ਇਨ COVID-19 ਕ੍ਰਾਈਸਿਸ ਐਂਡ ਬਿਯੋਂਡ। ਠੀਕ ਹੈ ਜੀ। ਇਹ ਕੀ ਇਹਦਾ ਥੀਮ ਹੈ, ਨੋਟ ਕਰ ਲਿਓ ਕਲੀਅਰ ਤਰੀਕੇ ਨਾਲ, ਕੋਈ ਕਨਫਿਊਜ਼ਨ ਇਹ 'ਚ ਤੁਹਾਨੂੰ ਨਹੀਂ ਹੋਣੀ ਚਾਹੀਦੀ। ਲਿਟਰੇਸੀ ਬਾਰੇ ਅਵੇਅਰਨੈਸ ਕਰਨ ਲਈ, ਉਹਦੇ ਬੈਨੀਫਿਟ ਦੱਸਣ ਦੇ ਲਈ ਜਿਹੜਾ ਇਹ ਡੇ ਹੈਗਾ ਸੈਲੀਬ੍ਰੇਟ ਕੀਤਾ ਜਾਂਦਾ, ਇਹਨੂੰ ਯਾਦ ਰੱਖਣਾ। ਅੱਛਾ, ਜਿਹੜਾ ਇਹ ਡੇ ਹੈਗਾ ਇਹ ਨਾ ਯੂਨੈਸਕੋ ਦੁਆਰਾ ਮਨਾਇਆ ਜਾਂਦਾ। ਕਿਹਦੇ ਦੁਆਰਾ ਮਨਾਇਆ ਜਾਂਦਾ? ਯੂਨੈਸਕੋ ਦੁਆਰਾ। ਅੱਛਾ, ਤਾਂ ਹੁਣ ਥੋੜ੍ਹੀ ਆਪਾਂ ਯੂਨੈਸਕੋ ਬਾਰੇ ਬੇਸਿਕ ਇਨਫੋਰਮੇਸ਼ਨ ਕਰ ਲੈਂਦੇ ਹਾਂ। ਦੇਖੋ, ਯੂਨੈਸਕੋ ਬਾਰੇ ਇਨਫੋਰਮੇਸ਼ਨ ਕਰਨੀ ਜ਼ਰੂਰੀ ਹੈ, ਕਿਉਂਕਿ ਮੈਂ ਤੁਹਾਨੂੰ ਐਂਡ 'ਤੇ ਤੁਹਾਨੂੰ ਇੰਪੋਰਟੈਂਟ ਔਰਗੇਨਾਈਜੇਸ਼ਨਸ ਕਰਾਉਣੀ ਹੁੰਦੀ ਹੈ ਨਾ, ਉਹਦੇ ਵਿੱਚ ਯੂਨੈਸਕੋ ਮੈਂ ਹਾਲੇ ਤੱਕ ਤਾਂ ਇੰਕਲੂਡ ਨਹੀਂ ਕੀਤਾ, ਬਟ ਅੱਜ ਵਾਲੀ 'ਚ ਇੰਕਲੂਡ ਕੀਤਾ। ਤਾਂ ਤੁਸੀਂ ਇੱਥੇ ਹੀ ਕਰ ਲਓ ਸਾਰੀ ਇਨਫੋਰਮੇਸ਼ਨ ਯੂਨੈਸਕੋ ਤੋਂ, ਠੀਕ ਹੈ। ਯੂਨੈਸਕੋ ਦਾ ਜਿਹੜਾ ਹੈੱਡਕੁਆਟਰ ਹੈਗਾ, ਹੈੱਡਕੁਆਟਰ ਕਿੱਥੇ ਇਹਦਾ? ਪੈਰਿਸ, ਫਰਾਂਸ ਦੇ ਵਿੱਚ। ਕਿੱਥੇ ਹੈ? ਪੈਰਿਸ, ਫਰਾਂਸ ਦੇ ਵਿੱਚ। ਕਦੋਂ ਫਾਊਂਡ ਹੋਇਆ ਇਹ? 16 ਨਵੰਬਰ 1945। ਦੇਖੋ, ਪਹਿਲਾਂ ਈਅਰ ਯਾਦ ਕਰਨੇ ਹੁੰਦੇ ਨੇ ਆਪਾਂ। ਜਦੋਂ ਆਪਾਂ ਨੂੰ ਈਅਰ ਯਾਦ ਹੋਣ ਲੱਗ ਜਾਣ ਉਸ ਤੋਂ ਬਾਅਦ ਆਪਾਂ ਡੇਟਸ 'ਤੇ ਆਉਣਾ ਹੁੰਦਾ। ਕਲੀਅਰ ਹੈ। ਅੱਛਾ, ਤੁਹਾਨੂੰ ਹੈੱਡ ਪੁੱਛ ਲੈਣ ਇਹਨਾਂ ਦੇ। ਹੈੱਡ ਕੌਣ ਨੇ? ਔਡਰੇ ਓਜ਼ੋਲੇ, ਠੀਕ ਹੈ। ਔਡਰੇ ਓਜ਼ੋਲੇ, ਜੋ ਵੀ ਇਹਨੂੰ ਤੁਸੀਂ ਪ੍ਰੋਨਾਊਂਸ ਕਰਦੇ ਹੋ, ਇਹਨੂੰ ਯਾਦ ਰੱਖ ਲਿਓ। ਕਲੀਅਰ ਹੈ। ਯੂਨੈਸਕੋ ਤੋਂ ਇਨਫੋਰਮੇਸ਼ਨ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਅੱਛਾ, 8 ਸਤੰਬਰ ਹੁਣ ਇੰਪੋਰਟੈਂਟ ਡੇ ਆਇਆ, ਤਾਂ ਕੁਛ ਕੁ ਇੰਪੋਰਟੈਂਟ ਡੇਜ਼ ਦੀ ਆਪਾਂ ਗੱਲ ਕਰ ਲੈਂਦੇ ਹਾਂ। ਤਾਂ ਜਿਹੜਾ ਆਪਣਾ ਸਤੰਬਰ ਮੰਥ ਹੈਗਾ, ਸਤੰਬਰ ਦਾ ਜਿਹੜਾ ਪੂਰਾ ਮੰਥ ਹੈ, ਨਰਿੰਦਰ ਮੋਦੀ ਜੀ ਜਿਹੜੀ ਮਨ ਕੀ ਬਾਤ ਕਰਦੇ ਹੁੰਦੇ, ਉਹਨਾਂ ਨੇ ਉਹਦੇ 'ਚ ਡਿਕਲੇਅਰ ਕੀਤਾ ਕਿ ਨੈਸ਼ਨਲ ਨਿਊਟ੍ਰੀਸ਼ਨ ਮੰਥ ਦੇ ਤੌਰ 'ਤੇ ਇਹਨੂੰ ਮਨਾਇਆ ਜਾਊਗਾ, ਠੀਕ ਹੈ, ਸਤੰਬਰ ਦੇ ਪੂਰੇ ਮੰਥ ਨੂੰ। ਅਤੇ 1 ਤੋਂ ਲੈ ਕੇ 7 ਸਤੰਬਰ ਦਾ ਜਿਹੜਾ ਇਹ ਵੀਕ ਹੈ, ਜਿਹੜਾ ਨਿਊਟ੍ਰੀਸ਼ਨ ਵੀਕ ਹੈ, ਇਹਨੂੰ ਵੀ ਤੁਸੀਂ ਯਾਦ ਰੱਖਣਾ। ਕਲੀਅਰ ਹੈ। ਇਹ ਦੋਨੋਂ ਚੀਜ਼ਾਂ ਯਾਦ ਰੱਖਣੀ। ਇਸ ਤੋਂ ਇਲਾਵਾ ਨਾ 2 ਸਤੰਬਰ, ਦੇਖੋ ਇਕੱਠੇ ਡੇਜ਼ ਨੋਟ ਕਰ ਲਓ ਤਾਂ ਕਿ ਤੁਹਾਨੂੰ ਬੈਟਰ ਵੇ ਨਾਲ ਯਾਦ ਹੋਵੇ ਨਾ। 2 ਸਤੰਬਰ ਮੈਂ ਨਹੀਂ ਕਰਾਇਆ ਹਜੇ ਤੱਕ, ਤੁਹਾਨੂੰ ਅੱਜ ਦੱਸ ਰਹੀ ਹਾਂ। ਵਰਲਡ ਕੋਕੋਨਟ ਡੇ 2 ਸਤੰਬਰ ਨੂੰ ਹੁੰਦਾ। ਓਕੇ ਆ। ਇਸ ਤੋਂ ਇਲਾਵਾ ਆਪਾਂ ਨੇ 5 ਸਤੰਬਰ ਕੀਤਾ ਸੀਗਾ। 5 ਸਤੰਬਰ ਨੂੰ ਆਪਾਂ ਕੀ ਕੀਤਾ ਸੀਗਾ? ਨੈਸ਼ਨਲ ਟੀਚਰਸ ਡੇ ਕੀਤਾ ਸੀਗਾ, ਠੀਕ ਹੈ, ਜਿਹੜਾ ਕਿ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨ ਦੀ ਜਯੰਤੀ 'ਤੇ ਮਨਾਇਆ ਜਾਂਦਾ, ਠੀਕ ਹੈ। ਇਹਨੂੰ ਤੁਸੀਂ ਯਾਦ ਰੱਖ ਲੈਣਾ। ਇਸ ਤੋਂ ਇਲਾਵਾ 5 ਸਤੰਬਰ ਨੂੰ ਆਪਾਂ ਇੱਕ ਚੈਰਿਟੀ ਡੇ ਕੀਤਾ ਸੀਗਾ, ਚੈਰਿਟੀ ਡੇ। ਤਾਂ ਸਾਰੇ ਦੇ ਸਾਰੇ ਡੇਜ਼ ਤੁਸੀਂ ਯਾਦ ਰੱਖਣੇ ਆ। ਇੱਕ 7 ਸਤੰਬਰ ਨੂੰ ਇੱਕ ਹੋਰ ਡੇਜ਼ ਨਵਾਂ ਕਰਾਨੀ ਹੈ ਤੁਹਾਨੂੰ, ਇਹ ਵੀ ਨੋਟ ਕਰ ਲਓ ਕੀ ਹੈ। ਇੰਟਰਨੈਸ਼ਨਲ ਡੇ ਆਫ ਕਲੀਅਰ ਏਅਰ ਫॉर ਬਲੂ ਸਕਾਈਜ਼। ਅੱਛਾ, ਜਿਹੜਾ ਇਹ ਡੇ ਹੈ ਨਾ, ਇਹ ਕਿਉਂ ਮਨਾਇਆ ਜਾਂਦਾ? ਕਿ ਜਿਹੜੀ ਹਵਾ ਹੈ, ਵਾਤਾਵਰਨ ਦੇ ਵਿੱਚ ਜਿਹੜੀ ਹਵਾ ਹੈ ਉਹਨੂੰ ਸ਼ੁੱਧ ਰੱਖਣ ਲਈ, ਆਪਾਂ ਨੂੰ ਅਵੇਅਰ ਕਰਨ ਦੇ ਲਈ ਕਿ ਉਹ ਜਿਹੜੀ ਹਵਾ ਹੈ ਉਹਨੂੰ ਆਪਾਂ ਪਲਿਊਟ ਨਾ ਕਰੀਏ, ਠੀਕ ਹੈ, ਮਤਲਬ ਕਲੀਨ ਏਅਰ ਦੇ ਰੱਖਣ ਦੇ ਲਈ, ਉਹਦੀ ਬੈਨੀਫਿਟਸ ਵਗੈਰਾ ਦੱਸਣ ਦੇ ਲਈ ਇਹ ਜਿਹੜਾ ਡੇ ਹੈ ਮਨਾਇਆ ਜਾਂਦਾ। ਬੈਨੀਫਿਟਸ ਵਗੈਰਾ ਆਪਾਂ ਨੂੰ ਪਤਾ ਹੋਣੇ ਚਾਹੀਦੇ ਨੇ ਕਿ ਏਅਰ ਹੈ ਜੇ ਸਾਫ਼ ਰਹੂਗੀ, ਦੇਖੋ ਆਪਾਂ ਹਵਾ 'ਚੋਂ ਹੀ ਸਾਹ ਲੈਂਦੇ ਹਾਂ, ਠੀਕ ਹੈ। ਜੇ ਉਹੀ ਹਵਾ ਆਪਾਂ ਗੰਦੀ ਕਰਾਂਗੇ ਤਾਂ ਬਿਮਾਰੀਆਂ ਆਪਾਂ ਨੂੰ ਹੀ ਲੱਗਣਗੀਆਂ ਅਲਟੀਮੇਟਲੀ, ਠੀਕ ਹੈ। ਤਾਂ ਯਾਦ ਰੱਖਣਾ, ਇਹ 7 ਸਤੰਬਰ ਨੂੰ ਮਨਾਇਆ ਜਾਂਦਾ। ਓਕੇ ਆ ਜੀ। ਇਹ ਕੁਛ ਕੁ ਡੇਜ਼ ਦੀ ਗੱਲ ਹੋ ਗਈ ਜਿਹੜੇ ਕਿ ਮਨਾਏ ਗਏ। ਅੱਛਾ, 7 ਸਤੰਬਰ ਵਾਲੇ ਤੋਂ ਇੱਕ ਹੋਰ ਯਾਦ ਰੱਖਣਾ, ਪਹਿਲੀ ਵਾਰੀ ਹੁਣੇ ਮਨਾਇਆ ਗਿਆ। ਕਲੀਅਰ ਹੈ ਇਹ? ਹਾਂਜੀ, ਅਤੇ ਇਹ ਇਨਫੋਰਮੇਸ਼ਨ ਤੁਸੀਂ ਯਾਦ ਰੱਖ ਲਿਓ। ਇਸ ਤੋਂ ਇਲਾਵਾ ਅਗਲੀ ਨਿਊਜ਼ 'ਤੇ ਆਪਾਂ ਗੱਲ ਕਰਦੇ ਹਾਂ। ਰਿਪੋਰਟ ਰਿਲੀਜ਼ਡ। ਅੱਛਾ, ਐਮ ਵੈਂਕਈਆ ਨਾਇਡੂ ਜੀ ਨੇ ਰਿਲੀਜ਼ ਕੀਤੀ ਹੈ ਰਿਪੋਰਟ। ਕਿਹੜੀ? ਦੀ ਸਟੇਟ ਆਫ ਯੰਗ ਚਾਈਲਡ ਇਨ ਇੰਡੀਆ। ਅੱਛਾ, ਇਹ ਰਿਪੋਰਟ ਹੈ ਜਿਹੜੀ ਇਹਨਾਂ ਨੇ ਜਾਰੀ ਕੀਤੀ ਹੈ। ਇਹ ਨਿਊਜ਼ ਦਾ ਸਮਝ ਨਹੀਂ ਆ, ਤੁਸੀਂ ਦੇਖ ਸਕਦੇ ਹੋ। ਵੈਂਕਈਆ ਨਾਇਡੂ ਜੀ ਇੱਥੇ ਦੇਖ ਸਕਦੇ ਹੋ, ਠੀਕ ਹੈ। ਇਹਨਾਂ ਨੂੰ ਤੁਸੀਂ ਯਾਦ ਰੱਖਣਾ। ਅੱਛਾ, ਐਮ ਵੈਂਕਈਆ ਨਾਇਡੂ ਆਪਣੇ ਕੀ ਨੇ? ਵਾਈਸ ਪ੍ਰੈਜ਼ੀਡੈਂਟ। ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਇਸ ਰਿਪੋਰਟ ਦੇ ਵਿੱਚ ਦੱਸਿਆ ਕੀ ਹੈ?
ਥੋੜ੍ਹਾ ਡਿਟੇਲ ਦੇ ਵਿੱਚ ਕਰਦੇ ਹਾਂ ਇਹਨੂੰ, ਇਸ ਰਿਪੋਰਟ ਨੂੰ। ਇਸ ਰਿਪੋਰਟ ਦੇ ਵਿੱਚ ਦੱਸਿਆ ਕੀ ਗਿਆ ਹੈਗਾ, ਇੰਡੀਆ 'ਚ ਕਹਿੰਦੇ 21% ਜਿਹੜੇ ਬੱਚੇ ਨੇ 21% ਜਿਹੜੇ ਬੱਚੇ ਨੇ ਉਹ ਕੁਪੋਸ਼ਣ ਦੇ ਸ਼ਿਕਾਰ ਨੇ। ਠੀਕ ਹੈ, ਇੱਕ ਤਾਂ ਇਹ ਯਾਦ ਰੱਖਣਾ ਹੈ। 36% ਜਿਹੜੇ ਬੱਚੇ ਨੇ ਘੱਟ ਵਜ਼ਨ ਦੇ ਨੇ, ਅੰਡਰਵੇਟ ਨੇ। ਉਹ ਅੰਡਰਵੇਟ ਮਤਲਬ ਕੀ ਹੈ ਕਿ ਇੱਕ ਐਵਰੇਜ ਵੇਟ ਹੁੰਦਾ ਨਾ, ਕਿ ਇੰਨੇ ਸਾਲ ਦੇ ਬੱਚੇ ਦਾ ਇੰਨਾ ਵੇਟ ਤਾਂ ਹੋਣਾ ਹੀ ਚਾਹੀਦਾ, ਉਸ ਤੋਂ ਅੰਡਰਵੇਟ ਨੇ 36%। ਅਤੇ 38% ਹੈ ਜਿਹੜੇ ਇਹਨਾਂ ਨੂੰ ਜਿਹੜਾ ਆਪਾਂ ਇਮਿਊਨਾਈਜੇਸ਼ਨ ਕਹਿ ਦਿੰਦੇ ਹਾਂ, ਟੀਕਾਕਰਨ, ਟੀਕਾ ਹੁੰਦਾ ਨਾ ਕਿ ਟੀਕੇ ਲੱਗਦੇ ਆ ਬੱਚਿਆਂ ਦੇ ਹੋਣ ਸਾਰ, ਹੈ ਨਾ, ਕਾਫੀ ਟਾਈਮ ਤੱਕ, ਤਾਂ ਜਿਹੜੇ ਉਹ ਇਹਨਾਂ ਨੂੰ ਮਿਲ ਨਹੀਂ ਪਾ ਰਹੇ ਪ੍ਰੋਪਰ, ਇਹਨਾਂ ਦਾ ਟੀਕਾਕਰਨ ਹੈ ਜਿਹੜਾ ਹੋ ਨਹੀਂ ਪਾ ਰਿਹਾ। ਠੀਕ ਹੈ, ਇਹ ਯਾਦ ਰੱਖਣਾ। ਅੱਛਾ, ਇਹਦੇ ਵਿੱਚ ਹੀ ਕੀ ਹੈ ਕਿ ਯੰਗ ਚਾਈਲਡ ਆਊਟਕਮ ਇੰਡੈਕਸ ਵੀ ਜਾਰੀ ਕੀਤਾ ਗਿਆ। ਕਿਹੜਾ ਇੰਡੈਕਸ? ਯੰਗ ਚਾਈਲਡ ਆਊਟਕਮ ਇੰਡੈਕਸ। ਅੱਛਾ, ਇਸ ਇੰਡੈਕਸ ਦੇ ਵਿੱਚ ਕੀ ਚੀਜ਼ ਦੱਸੀ ਹੋਈ ਹੈਗੀ? 5 ਸਟੇਟਾਂ ਬਾਰੇ ਦੱਸਿਆ ਹੋਇਆ ਹੈਗਾ। 5 ਤਾਂ ਗੁੱਡ ਸਟੇਟਸ ਦੱਸੀਆਂ ਨੇਗੀਆਂ ਕਿ ਜਿਨ੍ਹਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈਗਾ। 5 ਬੈਡ ਸਟੇਟਸ ਬਾਰੇ ਦੱਸਿਆ ਹੋਇਆ। ਤਾਂ ਆਪਾਂ ਨੂੰ ਸਭ ਦੇ ਨੇਮਸ ਪਤਾ ਹੋਣੇ ਚਾਹੀਦੇ ਨੇ। ਪਹਿਲਾਂ ਆਪਾਂ ਗੁੱਡ ਦੀ ਗੱਲ ਕਰ ਲੈਂਦੇ ਹਾਂ ਕਿ ਜਿਹੜੀਆਂ ਚੰਗਾ ਪ੍ਰਦਰਸ਼ਨ ਕੀਤਾ ਉਹ 5 ਸਟੇਟਸ ਕਿਹੜੀਆਂ ਨੇਗੀਆਂ। ਹਾਂਜੀ, ਕੇਰਲਾ, ਗੋਆ, ਤ੍ਰਿਪੁਰਾ। ਨੋਟ ਕਰੀ ਜਾਇਆ ਕਰੋ, ਦੇਖੋ ਨਾਲ ਨਾਲ ਜਦੋਂ ਵੀ ਤੁਸੀਂ ਕਰੰਟ ਅਫੇਅਰਸ ਦਾ ਕੰਮ ਦੇਖਦੇ ਹੋ ਨਾ, ਉਦੋਂ ਨਾਲ ਦੀ ਨਾਲ ਆਪਣਾ ਚੱਕ ਲਿਆ ਕਰੋ ਕਾਪੀ ਪੈਨ। ਮਿਜ਼ੋਰਮ, ਤ੍ਰਿਪੁਰਾ ਅਤੇ ਤਾਮਿਲਨਾਡੂ, ਇਹ ਹੈਗੀਆਂ ਨੇ ਚੰਗੀ ਪ੍ਰਦਰਸ਼ਨੀਆਂ ਵਾਲੀਆਂ ਸਟੇਟਸ। ਕੇਰਲਾ, ਗੋਆ, ਤ੍ਰਿਪੁਰਾ, ਮਿਜ਼ੋਰਮ ਅਤੇ ਤਾਮਿਲਨਾਡੂ। ਅੱਛਾ, ਬੈਡ ਪ੍ਰਦਰਸ਼ਨੀ ਵਾਲੀਆਂ ਕਿਹੜੀਆਂ ਕਿਹੜੀਆਂ ਨੇਗੀਆਂ? ਦੈਟ ਇਜ਼ ਬਿਹਾਰ ਆ ਗਿਆ, ਨਾਲ ਹੀ ਆ ਜਾਊਗਾ ਯੂਪੀ ਆ ਗਿਆ, MP। ਠੀਕ ਹੈ, ਅਤੇ ਉਸ ਤੋਂ ਬਾਅਦ ਝਾਰਖੰਡ ਅਤੇ ਛੱਤੀਸਗੜ੍ਹ। ਕਲੀਅਰ ਹੈ? ਇੰਨਾ ਕੁ ਤੁਸੀਂ ਇਹ ਨਿਊਜ਼ ਤੋਂ ਸਾਰਾ ਕੁਛ ਯਾਦ ਰੱਖ ਲਿਓ। ਕਲੀਅਰ ਹੈ ਜੀ? ਹਾਂਜੀ, ਅਗਲੀ ਨਿਊਜ਼ ਹੈਗੀ ਹੈ ਜਿਹੜੀ ਆਪਣੀ। ਅੱਛਾ, ਇਸ ਤੋਂ ਇਲਾਵਾ ਨਾ ਤੁਸੀਂ ਐਮ ਵੈਂਕਈਆ ਨਾਇਡੂ ਤੋਂ ਇੱਕ ਹੋਰ ਚੀਜ਼ ਰਿਵਾਈਜ਼ ਕਰ ਸਕਦੇ ਹੋ। ਆਪਾਂ ਇੰਪੋਰਟੈਂਟ ਬੁੱਕਸ ਕੀਤੀਆਂ ਸੀ ਨਾ, ਇੰਪੋਰਟੈਂਟ ਬੁੱਕਸ ਜਿਹੜੀਆਂ ਆਪਾਂ ਕੀਤੀਆਂ ਸੀ, ਉਹਦੇ ਵਿੱਚ ਆਪਾਂ ਇੱਕ ਬੁੱਕ ਕੀਤੀ ਸੀਗੀ ਜਿਹੜੀ ਕਿ ਪ੍ਰਕਾਸ਼ ਜਾਵੜੇਕਰ ਜੀ ਨੇ ਲਾਂਚ ਕੀਤੀ ਸੀ। ਪ੍ਰਕਾਸ਼ ਜਾਵੜੇਕਰ ਜੀ ਨੇ, ਮੈਂ ਤੁਹਾਨੂੰ ਕਿਹਾ ਸੀ CCC ਤੋਂ ਬੁੱਕ, ਇਹਦਾ ਨਾਮ ਯਾਦ ਰੱਖਣਾ ਹੈਗਾ, ਕਨੈਕਟਿੰਗ, ਕਮਿਊਨੀਕੇਟਿੰਗ ਅਤੇ ਚੇਂਜਿੰਗ। ਜਿਹੜੀ ਇਹ ਬੁੱਕ ਸੀਗੀ ਇਹ ਐਮ ਵੈਂਕਈਆ ਨਾਇਡੂ ਦੀ ਲਾਈਫ ਦੇ ਉੱਤੇ ਬੇਸਡ ਸੀਗੀ। ਠੀਕ ਹੈ, ਤਾਂ ਇਹ ਵੀ ਇੱਥੋਂ ਰਿਵਾਈਜ਼ ਤੁਸੀਂ ਜਿਹੜਾ ਕਰ ਸਕਦੇ ਹੋ। ਨੈਕਸਟ ਆ ਗਿਆ ਹੈਲਪਲਾਈਨ ਸਰਵਿਸ ਬਾਰੇ। ਕਿਰਨ ਹੈਲਪਲਾਈਨ ਸਰਵਿਸ ਲਾਂਚਡ ਬਾਈ ਮਿਨਿਸਟਰੀ ਆਫ ਜਸਟਿਸ ਐਂਡ ਐਮਪਾਵਰਮੈਂਟ। ਕਿਰਨ ਜਿਹੜੀ ਹੈਲਪਲਾਈਨ ਸਰਵਿਸ ਹੈ, ਕਿਰਨ ਹੈਲਪਲਾਈਨ ਜਿਹੜੀ ਸਰਵਿਸ ਹੈ, ਇਹਨੂੰ ਲਾਂਚ ਕਿਹਨੇ ਕੀਤਾ? ਮਿਨਿਸਟਰੀ ਆਫ ਜਸਟਿਸ ਐਂਡ ਐਮਪਾਵਰਮੈਂਟ ਨੇ ਲਾਂਚ ਕੀਤਾ। ਅੱਛਾ, ਇਹ ਕਿਸ ਚੀਜ਼ ਦੇ ਲਈ ਕੀਤਾ? ਇਹਦੇ ਤੋਂ ਆਪਾਂ ਡਿਟੇਲ ਕਰਦੇ ਹਾਂ ਥੋੜ੍ਹੀ। ਜਿਹੜੀ ਇਹ ਹੈਲਪਲਾਈਨ ਸਰਵਿਸ ਹੈ, ਦੇਖੋ ਕੋਵਿਡ-19 ਕਰਕੇ, ਕੋਵਿਡ-19 ਮਤਲਬ ਕਰੋਨਾ ਵਾਇਰਸ ਕਰਕੇ ਜਿਹੜੇ ਲੋਕਾਂ ਦੀ ਮਾਨਸਿਕ ਸਥਿਤੀ ਹੈਗੀ ਉਹ ਪਰੇਸ਼ਾਨੀ ਵਾਲੀ ਹੋ ਰਹੀ ਹੈ। ਕਈ ਲੋਕ ਜਿਹੜੇ ਡਿਪਰੈਸ਼ਨ ਦੇ ਸ਼ਿਕਾਰ ਹੋ ਰਹੇ ਨੇ, ਮਤਲਬ ਉਹਨਾਂ ਦਾ ਮਾਨਸਿਕ ਸੰਤੁਲਨ ਹੈ ਜਿਹੜਾ ਸਹੀ ਨਹੀਂ ਹੈਗਾ, ਹੈ ਨਾ। ਤਾਂ ਉਸ ਚੀਜ਼ ਦੇ ਰਿਗਾਰਡਿੰਗ ਇਹਨਾਂ ਨੂੰ ਉਸ ਮਾਨਸਿਕ ਜਿਹੜਾ ਡਿਪਰੈਸ਼ਨ ਹੈ ਉਹ 'ਚੋਂ ਕੱਢਣ ਦੇ ਲਈ ਇਹ ਹੈਲਪਲਾਈਨ ਨੰਬਰ ਹੈ ਜਿਹੜਾ ਕਿਰਨ ਨਾਮ 'ਤੇ ਜਾਰੀ ਕੀਤਾ ਗਿਆ। ਅੱਛਾ, ਤਾਂ ਤੁਹਾਨੂੰ ਸਭ ਤੋਂ ਪਹਿਲਾਂ ਨੰਬਰ ਪਤਾ ਹੋਣਾ ਚਾਹੀਦਾ ਕਿੰਨਾ, ਹੈ ਨਾ, ਜੇ ਕਿਸੇ ਨੂੰ ਲੋੜ ਪਵੇ ਦੱਸ ਸਕਦੇ ਹੋ। 180050000019। ਤਾਂ ਇਹ ਉਹ ਨੰਬਰ ਹੈਗਾ। ਠੀਕ ਹੈ, ਇਹਦੇ ਕੰਟੈਕਟ ਕਰਕੇ ਜਿਹੜਾ ਆਪਣਾ ਰਾਹਤ ਵਗੈਰਾ ਉਸ ਮਾਨਸਿਕ ਪਰੇਸ਼ਾਨੀ ਤੋਂ ਪਾ ਸਕਦੇ ਹਾਂ। ਕਲੀਅਰ ਹੈ ਜੀ? ਇਹਨੂੰ ਯਾਦ ਰੱਖਣਾ। ਨੈਕਸਟ ਆ ਗਈ ਅਪੁਆਇੰਟਮੈਂਟ ਤੋਂ ਨਿਊਜ਼। ਨਾਗੇਸ਼ਵਰ ਰਾਓ ਅਪੁਆਇੰਟਡ ਐਜ਼ ਚੀਫ ਸੈਕਟਰੀ ਆਫ ਮਨੋਜ ਸਿਨਹਾ। ਹਾਂਜੀ, ਨਾਗੇਸ਼ਵਰ ਰਾਓ ਨੂੰ ਅਪੁਆਇੰਟ ਕੀਤਾ ਗਿਆ ਐਜ਼ ਅ ਚੀਫ ਸੈਕਟਰੀ। ਠੀਕ ਹੈ, ਚੀਫ ਸੈਕਟਰੀ ਲਾਏ ਨੇ ਕਿਹਦੇ? ਮਨੋਜ ਸਿਨਹਾ। ਹੁਣ ਮਨੋਜ ਸਿਨਹਾ ਆਇਆ ਤਾਂ ਤੁਹਾਨੂੰ ਮਨੋਜ ਸਿਨਹਾ ਤੋਂ ਪਤਾ ਹੋਣਾ ਚਾਹੀਦਾ ਕਿ ਇਹ ਕੌਣ ਨੇ। ਹਾਂਜੀ, ਬਿਲਕੁਲ ਸਹੀ, ਲੈਫਟੀਨੈਂਟ ਗਵਰਨਰ ਨੇ ਕਿੱਥੋਂ ਦੇ? ਜੰਮੂ ਐਂਡ ਕਸ਼ਮੀਰ ਦੇ। ਤਾਂ ਉਹਨਾਂ ਦੇ ਇਹ ਚੀਫ ਸੈਕਟਰੀ ਲਾਏ ਨੇ ਜੰਮੂ ਐਂਡ ਕਸ਼ਮੀਰ ਦੇ। ਠੀਕ ਹੈ ਜੀ, ਤਾਂ ਇਹ ਤੁਸੀਂ ਯਾਦ ਰੱਖਣਾ ਹੈ। ਅੱਛਾ, ਜੰਮੂ ਐਂਡ ਕਸ਼ਮੀਰ ਆ ਗਿਆ ਹੁਣ, ਤਾਂ ਕੁਛ ਕੁ ਆਪਾਂ ਜਿਹੜੀਆਂ ਪ੍ਰੀਵੀਅਸ ਨਿਊਜ਼ ਨੇਗੀਆਂ ਜੰਮੂ ਐਂਡ ਕਸ਼ਮੀਰ ਤੋਂ ਨੂੰ ਰਿਵਾਈਜ਼ ਕਰ ਲੈਂਦੇ ਹਾਂ। ਪਿਛਲੇ ਲੈਕਚਰ ਦੇ ਵਿੱਚ ਕੀਤਾ ਸੀ ਆਪਾਂ ਨੇ, ਮਨੋਜ ਸਿਨਹਾ ਨੇ ਇੱਕ ਸਪੈਰੋ ਸਿਸਟਮ ਲਾਂਚ ਕੀਤਾ। ਸਪੈਰੋ ਸਿਸਟਮ ਲਾਂਚ ਕੀਤਾ। ਕਲੀਅਰ ਹੈ? ਸਪੈਰੋ ਸਿਸਟਮ ਦੀ ਫੁੱਲ ਫਾਰਮ ਕੀ ਸੀਗੀ? ਸਮਾਰਟ ਪ੍ਰੋਗਰਾਮ ਅਪਰੇਜ਼ਲ ਰਿਪੋਰਟ ਰਿਕਾਰਡਿੰਗ ਆਨਲਾਈਨ ਵਿੰਡੋ। ਅੱਛਾ, ਇਹ ਕਿਹਦੇ ਲਈ ਸੀ? ਟਰਾਂਸਪੇਰੈਂਸੀ ਲੈ ਕੇ ਆਉਣ ਦੇ ਲਈ, ਹੈ ਨਾ, J&K ਦੇ ਐਡਮਿਨਿਸਟ੍ਰੇਟਿਵ ਆਫਿਸਰਸ ਦੇ ਲਈ ਸੀਗਾ। ਅੱਛਾ, ਇਹ ਚੀਜ਼ ਹੋ ਗਈ ਰਿਵਾਈਜ਼। ਇਸ ਤੋਂ ਇਲਾਵਾ ਮੈਂ ਤੁਹਾਨੂੰ ਕਰਵਾਇਆ ਸੀਗਾ ਕਿ ਜਿਹੜੀ ਕਸ਼ਮੀਰੀ ਕੇਸਰ ਹੈਗੀ ਉਹਦੇ ਲਈ ਈ-ਆਕਸ਼ਨ ਪੋਰਟਲ ਵੀ ਲਾਂਚ ਕੀਤੀ ਸੀ। ਈ-ਆਕਸ਼ਨ ਪੋਰਟਲ, ਠੀਕ ਹੈ, ਤਾਂ ਕਿ ਜਿਹੜਾ ਉਹਨੂੰ ਮਤਲਬ ਵੇਚਿਆ ਜਾ ਸਕੇ, ਉਹਦੀ ਜਿਹੜੀ ਸੈਲਿੰਗ ਹੈ ਉਹਨੂੰ ਪ੍ਰਮੋਟ ਕੀਤਾ ਜਾ ਸਕੇ। ਠੀਕ ਹੈ, ਇਹ ਯਾਦ ਰੱਖਣਾ ਹੈ। ਓਕੇ, J&K ਤੋਂ ਤੁਹਾਨੂੰ ਮਨੋਜ ਸਿਨਹਾ ਤੋਂ ਤਾਂ ਪਤਾ ਲੱਗ ਹੀ ਗਿਆ ਕਿ ਲੈਫਟੀਨੈਂਟ ਗਵਰਨਰ ਨੇ ਇੱਥੋਂ ਦੇ, ਹੈ ਨਾ। ਇਸ ਤੋਂ ਇਲਾਵਾ ਹੋਰ ਕੀ ਰਿਵਾਈਜ਼ ਕਰ ਸਕਦੇ ਹੋ? J&K ਤੋਂ ਇੱਕ ਬਿੱਲ ਆਇਆ ਸੀਗਾ 5 ਭਾਸ਼ਾਵਾਂ ਨਾਲ ਰਿਲੇਟਡ, ਹੈ ਨਾ, ਉਹ ਵੀ J&K ਦਾ ਹੀ ਸੀਗਾ। ਇਹਨਾਂ ਨੇ ਇੱਕ ਓਫੀਸ਼ੀਅਲ ਬਿੱਲ ਪਾਇਆ ਸੀਗਾ ਕਿ ਜੇ ਉਹ ਬਿੱਲ ਹੈ ਜਿਹੜਾ ਐਕਟ ਬਣ ਗਿਆ ਤਾਂ ਜੰਮੂ ਐਂਡ ਕਸ਼ਮੀਰ ਦੀਆਂ ਜਿਹੜੀਆਂ 5 ਓਫੀਸ਼ੀਅਲ ਲੈਂਗੁਏਜਸ ਹੋ ਜਾਣਗੀਆਂ। ਅੱਛਾ, ਉਹਦੇ ਵਿੱਚ ਕਿਹੜੀਆਂ ਲੈਂਗੁਏਜਸ ਇੰਕਲੂਡ ਸੀਗੀਆਂ? ਉਰਦੂ, ਇੰਗਲਿਸ਼, ਹਿੰਦੀ, ਡੋਗਰੀ ਐਂਡ ਕਸ਼ਮੀਰੀ।
ਕਲੀਅਰ ਹੈ ਜੀ। ਜੇ ਇਹ ਬਿੱਲ ਕਾਨੂੰਨ ਬਣ ਗਿਆ ਤਾਂ ਇਹ 5 ਦੀਆਂ ਓਫੀਸ਼ੀਅਲ ਲੈਂਗੁਏਜਸ ਹੋ ਜਾਣਗੀਆਂ। ਇਸ ਤੋਂ ਇਲਾਵਾ ਆਪਾਂ ਕੀ ਕੀਤਾ ਸੀਗਾ, 31 ਅਕਤੂਬਰ 2019 ਨੂੰ ਜੰਮੂ ਐਂਡ ਕਸ਼ਮੀਰ ਤੇ ਲਦਾਖ ਓਫੀਸ਼ੀਅਲ ਤੌਰ ਤੇ ਯੂਨੀਅਨ ਟੈਰੀਟਰੀ ਡਿਕਲੇਅਰ ਕਰ ਦਿੱਤੇ ਗਏ ਸੀਗੇ। ਠੀਕ ਹੈ। ਇਸ ਤੋਂ ਇਲਾਵਾ ਆਪਾਂ ਹੋਰ ਕੀਤਾ ਸੀਗਾ 5 ਅਗਸਤ 2019 ਨੂੰ ਜਿਹੜਾ 370 ਆਰਟੀਕਲ ਹੈ ਤੋਂ ਹਟਾ ਦਿੱਤਾ ਗਿਆ ਸੀਗਾ। ਠੀਕ ਹੈ। ਅੱਛਾ, ਇਹਦੀ ਯਾਦ ਦੇ ਵਿੱਚ ਇੱਕ ਐਨੀਵਰਸਰੀ ਦੇ ਉੱਤੇ ਮੇਲਾ ਮਨਾਇਆ ਗਿਆ ਸੀਗਾ। ਜੰਮੂ ਐਂਡ ਕਸ਼ਮੀਰ ਦਾ ਹੰਦਵਾੜਾ ਡਿਸਟ੍ਰਿਕਟ ਹੈਗਾ, ਜਿਹੜਾ ਹੰਦਵਾੜਾ ਡਿਸਟ੍ਰਿਕਟ ਹੈ, ਉੱਥੇ ਮੰਗਾਇਆ ਸੀ ਬੰਗਾਸ ਆਵਾਮ ਮੇਲਾ। ਠੀਕ ਹੈ। ਇਹ ਵੀ J&K ਦਾ ਹੀ ਹੈ। ਤਾਂ ਇੰਨੇ ਕੁ ਪੁਆਇੰਟ ਤੁਸੀਂ J&K ਤੋਂ ਇਹਦੇ ਨਾਲ ਲਿੰਕ ਕਰ ਸਕਦੇ ਹੋ। ਨੈਕਸਟ ਆ ਗਿਆ ਜੀ, ਨੈਕਸਟ ਆਪਣਾ ਹੈਗੀ ਅਪੁਆਇੰਟਮੈਂਟ ਮੈਥਿਊ ਹੈਡਨ। ਇਹਨਾਂ ਨੂੰ ਕੀ ਅਪੁਆਇੰਟ ਕੀਤਾ ਗਿਆ ਜੀ, ਟ੍ਰੇਡ ਰਿਪਰੈਜ਼ੈਂਟੇਟਿਵ ਇਨ ਇੰਡੀਆ ਬਾਏ ਆਸਟ੍ਰੇਲੀਆ। ਆਸਟ੍ਰੇਲੀਆ ਦੁਆਰਾ ਇੰਡੀਆ ਦੇ ਵਿੱਚ ਟ੍ਰੇਡ ਰਿਪਰੈਜ਼ੈਂਟੇਟਿਵ ਹੈ ਜਿਹੜਾ ਇਹਨਾਂ ਨੂੰ ਅਪੁਆਇੰਟ ਕੀਤਾ ਗਿਆ। ਇਹਨਾਂ ਦੇ ਨਾਲ ਹੀ ਇੱਕ ਲੀਸਾ ਸਿੰਘ ਨਾਮ ਵੀ ਯਾਦ ਰੱਖਿਓ, ਉਹਨਾਂ ਨੂੰ ਵੀ ਅਪੁਆਇੰਟ ਕੀਤਾ ਗਿਆ। ਕਲੀਅਰ ਹੈ ਜੀ। ਅੱਛਾ, ਆਸਟ੍ਰੇਲੀਆ ਆਇਆ। ਆਸਟ੍ਰੇਲੀਆ ਤੋਂ ਬੇਸਿਕ ਇਨਫੋਰਮੇਸ਼ਨ ਦੀ ਜੇ ਮੈਂ ਗੱਲ ਕਰਾਂ, ਆਸਟ੍ਰੇਲੀਆ ਤੋਂ ਆਪਾਂ ਨੂੰ ਇੱਥੋਂ ਦੀ PM, ਕਰੰਸੀ ਤੇ ਕੈਪੀਟਲ ਦਾ ਪਤਾ ਹੋਣਾ ਚਾਹੀਦਾ। ਕੈਪੀਟਲ ਹੈ ਜੀ ਕੈਨਬੇਰਾ, ਕੈਨਬੇਰਾ। ਠੀਕ ਹੈ। ਕਰੰਸੀ ਹੈਗੀ ਹੈ ਡਾਲਰ। ਠੀਕ ਹੈ। ਤੇ PM ਦਾ ਨਾਮ ਹੈ ਜੀ ਸਕੌਟ ਮੋਰਿਸਨ, ਸਕੌਟ ਮੋਰਿਸਨ। ਕਲੀਅਰ ਹੈ, ਸਾਰਾ ਕੁਝ ਯਾਦ ਰੱਖਣਾ। ਨੈਕਸਟ ਤੇ ਚੱਲਦੇ ਹਾਂ। ਔਬਚਰੀ ਬਹੁਤ 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 ਇੰਪੋਰਟੈਂਟ ਨਿਊਜ਼ ਹੈ ਇਹ, ਔਬਚਰੀ ਤੋਂ ਯਾਦ ਰੱਖਣੀ ਹੈ। ਕੇਸ਼ਵਾਨੰਦ ਭਾਰਤੀ, ਇਹਨਾਂ ਦੀ ਹੋ ਗਈ ਹੈ ਜੀ ਡੈਥ, ਪਾਸਡ ਅਵੇ। ਅੱਛਾ, ਕੇਸ਼ਵਾਨੰਦ ਭਾਰਤੀ ਤੋਂ ਤੁਹਾਨੂੰ ਦੱਸਣ ਲਈ ਕਾਫੀ ਕੁਛ ਹੈਗਾ, ਤਾਂ ਪਲੀਜ਼ ਧਿਆਨ ਨਾਲ ਸੁਣਿਓ। ਜਿਹੜੇ ਵੀ ਸਟੂਡੈਂਟਸ ਨੇ ਪੋਲਿਟੀ ਥੋੜ੍ਹੀ ਬਹੁਤ ਵੀ ਜਿਹੜੀ ਪੜ੍ਹੀ ਹੋਈ ਹੈ ਹੈ ਨਾ, ਤਾਂ ਉਹਨਾਂ ਨੇ ਕੇਸ਼ਵਾਨੰਦ ਭਾਰਤੀ ਦਾ ਜਿਹੜਾ ਨੇਮ ਹੈਗਾ ਜ਼ਰੂਰ ਸੁਣਿਆ ਹੋਊਗਾ। ਤਾਂ ਥੋੜ੍ਹਾ ਜਿਹਾ ਇਹਨਾਂ ਬਾਰੇ ਆਪਾਂ ਡਿਟੇਲ ਕਰਦੇ ਹਾਂ ਕਿ ਕੇਸ਼ਵਾਨੰਦ ਭਾਰਤੀ ਆ। ਤੁਸੀਂ ਇਹਨਾਂ ਦੀ ਇਮੇਜ ਦੇਖ ਸਕਦੇ ਹੋ, ਇਹਨਾਂ ਦੀ ਇਮੇਜ ਹੈ ਕੇਸ਼ਵਾਨੰਦ ਭਾਰਤੀ ਦੀ। ਥੋੜ੍ਹੀ ਡਿਟੇਲ ਕਰਦੇ ਹਾਂ ਆਪਾਂ, ਥੋੜ੍ਹਾ ਧਿਆਨ ਨਾਲ ਸੁਣਨਾ। ਠੀਕ ਹੈ। ਅੱਛਾ, ਕੇਸ਼ਵਾਨੰਦ ਭਾਰਤੀ, ਇਹਦੇ ਬੈਕ ਐਂਡ 'ਤੇ ਚੱਲਦੇ ਹਾਂ। ਤੁਹਾਨੂੰ ਇੱਕ ਸਟੋਰੀ ਸੁਣਾਉਂਦੀ ਹਾਂ, ਆਰਾਮ ਨਾਲ ਸੁਣੋ ਬਹਿ ਕੇ, ਆਰਾਮ ਨਾਲ ਕਾਪੀ ਪੈਨ ਰੱਖ ਕੇ, ਹੈ ਨਾ। ਕੇਸ਼ਵਾਨੰਦ ਭਾਰਤੀ ਹੈ ਨਾ ਜਿਹੜੇ, ਇਹ ਕੇਰਲ ਦੇ ਵਿੱਚ ਮੱਠਾਂ ਹੁੰਦੀਆਂ ਨੇ, ਜਿਵੇਂ ਮੰਨ ਲਓ ਆਪਣੇ ਗੁਰਦੁਆਰੇ ਮੰਦਿਰ ਹੁੰਦੇ ਨੇ, ਹੈ ਨਾ, ਤਾਂ ਕੇਰਲ ਦੇ ਵਿੱਚ ਮੱਠਾਂ ਹੁੰਦੀਆਂ ਨੇ। ਠੀਕ ਹੈ। ਤਾਂ ਮੱਠਾਂ ਦੇ ਮੁਖੀ ਸੀਗੇ ਇਹ। ਠੀਕ ਹੈ। ਕੇਸ਼ਵਾਨੰਦ ਭਾਰਤੀ। ਤਾਂ ਜਿਹੜੀ ਕੇਰਲਾ ਦੀ ਗਵਰਨਮੈਂਟ ਹੈ, ਕੇਰਲਾ ਦੀ ਗਵਰਨਮੈਂਟ ਨੇ ਉਸ ਮੱਠ ਦੀ ਜਿਹੜੀ ਪ੍ਰੋਪਰਟੀ ਹੈ ਉਹਦੇ ਉੱਤੇ ਕਬਜ਼ਾ ਕਰਨਾ ਚਾਹਿਆ। ਠੀਕ ਹੈ। ਉਸ ਮੱਠ ਦੀ ਪ੍ਰੋਪਰਟੀ ਦੇ ਉੱਤੇ ਕਬਜ਼ਾ ਕਰਨਾ ਚਾਹਿਆ। ਤਾਂ ਫਿਰ ਕੇਰਲ ਦੇ ਜਿਹੜੇ ਇਹ ਮੁਖੀ ਸੀਗੇ, ਮੱਠ ਦੇ ਮੁਖੀ ਸੀਗੇ, ਹੈ ਨਾ, ਤਾਂ ਇਹਨਾਂ ਨੇ ਇਹਨਾਂ ਦੇ ਅਗੇਂਸਟ, ਗਵਰਨਮੈਂਟ ਦੇ ਅਗੇਂਸਟ, ਉਸ ਸਟੇਟ ਗਵਰਨਮੈਂਟ ਦੇ ਅਗੇਂਸਟ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਮੁਕੱਦਮਾ ਲਾਇਆ। ਠੀਕ ਹੈ। ਪਟੀਸ਼ਨ ਦਾਇਰ ਕੀਤੀ। ਠੀਕ ਹੈ। ਤਾਂ ਸੁਪਰੀਮ ਕੋਰਟ ਨੇ ਕਾਫੀ ਸੁਣਵਾਈਆਂ ਦੇ ਬਾਅਦ ਐਂਡ ਦੇ ਉੱਤੇ ਕੀ ਡਿਸੀਜ਼ਨ ਦਿੱਤਾ, ਕਿ ਜਿਹੜਾ ਆਪਣਾ ਕੌਂਸਟੀਟਿਊਸ਼ਨ ਹੈ ਨਾ, ਉਹਦੀ ਜਿਹੜੀ ਬੇਸਿਕ ਸਟਰਕਚਰ ਹੈ ਉਹਨੂੰ ਚੇਂਜ ਨਹੀਂ ਕੀਤਾ ਜਾ ਸਕਦਾ ਪਾਰਲੀਮੈਂਟ ਦੁਆਰਾ। ਕਿ ਜਿਹੜੀ ਬੇਸਿਕ ਸਟਰਕਚਰ ਹੈਗੀ, ਕਿਹਦੀ ਬੇਸਿਕ ਸਟਰਕਚਰ ਹੈਗੀ, ਕੌਂਸਟੀਟਿਊਸ਼ਨ ਦੀ, ਆਪਣੇ ਸੰਵਿਧਾਨ ਦੀ, ਉਹਨੂੰ ਬਿਲਕੁਲ ਵੀ ਹਿਲਾਇਆ ਨਹੀਂ ਜਾ ਸਕਦਾ। ਠੀਕ ਹੈ। ਉਹਨੂੰ ਬਿਲਕੁਲ ਵੀ ਹਿਲਾਇਆ ਨਹੀਂ ਜਾ ਸਕਦਾ ਪਾਰਲੀਮੈਂਟ ਦੁਆਰਾ, ਅਮੈਂਡ ਨਹੀਂ ਕੀਤਾ ਜਾ ਸਕਦਾ। ਅੱਛਾ, ਐਵੇਂ ਕਿਉਂ? ਦੇਖੋ ਹੁਣ ਮੇਰੀ ਗੱਲ ਸੁਣੋ, ਪ੍ਰੀਐਂਬਲ ਦੇ ਵਿੱਚ ਲਿਖਿਆ ਹੋਇਆ, ਤੁਹਾਨੂੰ ਜਿੱਦਾਂ ਪੋਲਿਟੀ ਆਪਾਂ ਕੀਤੀ ਕਦੇ ਤਾਂ ਆਪਾਂ ਸਮਾਰ ਕੇ ਕਰਾਂਗੇ, ਬਾਕੀ ਤੁਸੀਂ ਕੀਤੀ ਹੋਊਗੀ ਜ਼ਰੂਰ, ਫਨਕਾਰ ਸਰ ਨੇ ਕਰਵਾਈ ਹੋਈ ਹੈ ਨਾ। ਤਾਂ ਜਿਵੇਂ ਆਪਾਂ ਪ੍ਰੀਐਂਬਲ ਹੁੰਦਾ ਆਪਣਾ, ਪ੍ਰੀਐਂਬਲ, ਮੈਂ ਤੁਹਾਨੂੰ ਪ੍ਰੀਐਂਬਲ ਬਾਰੇ ਥੋੜ੍ਹਾ ਜਿਹਾ ਦੱਸ ਦਿੰਦੀ ਹਾਂ। ਪ੍ਰਸਤਾਵਨਾ ਇਹਨੂੰ ਪੰਜਾਬੀ 'ਚ ਕਹਿੰਦੇ ਨੇ। ਠੀਕ ਹੈ। ਅਤੇ ਜਮਾਂ ਸੌਖੇ ਤਰੀਕੇ ਨਾਲ ਸਮਝਣਾ ਹੋਵੇ ਪ੍ਰੀਐਂਬਲ ਨੂੰ, ਇਹ ਕੀ ਹੈ, ਜਾਂ ਤਾਂ ਇਹਨੂੰ ਆਪਾਂ ਇੰਟਰੋਡਕਸ਼ਨ ਕਹਿ ਸਕਦੇ ਹਾਂ, ਇੰਡੈਕਸ ਕਹਿ ਸਕਦੇ ਹਾਂ, ਹੈ ਨਾ, ਪ੍ਰੀਫੇਸ ਕਹਿ ਸਕਦੇ ਹਾਂ। ਠੀਕ ਹੈ। ਇਹ ਤੋਂ ਤੁਹਾਨੂੰ ਪਤਾ ਲੱਗ ਜਾਇਆ ਕਰੂਗਾ ਵੀ ਪ੍ਰੀਐਂਬਲ ਕੀ ਹੈ। ਪ੍ਰੀਐਂਬਲ ਦੇ ਵਿੱਚ ਆਪਾਂ ਨੂੰ ਦਿੱਤਾ ਹੋਇਆ ਕਿ ਆਪਾਂ ਮਤਲਬ ਜਿਵੇਂ ਇਕੁਅਲ ਆ, ਧਰਮ ਨਿਰਪੱਖਤਾ ਆਪਣੇ ਕੋਲੇ, ਹੈ ਨਾ, ਵੀ ਆਪਾਂ ਆਪਣੀ ਮਰਜ਼ੀ ਨਾਲ ਕੁਛ ਵੀ ਕਰ ਸਕਦੇ ਹਾਂ। ਠੀਕ ਹੈ। ਤਾਂ ਉਹ ਚੀਜ਼ਾਂ ਦੀ ਇਕੁਐਲਿਟੀ ਆਪਾਂ ਨੂੰ ਪ੍ਰੀਐਂਬਲ ਦੇ ਵਿੱਚ ਜਿਹੜੀ ਗਿਵਨ ਹੈਗੀ। ਠੀਕ ਹੈ। ਬਟ ਜਦੋਂ ਹੁਣ ਕੇਰਲ ਦਾ ਜਿਹੜਾ ਕੇਰਲ ਦੇ ਮੱਠ ਦੇ ਮੁਖੀ ਹੈ ਜਿਹੜੇ, ਉਹਨਾਂ ਦੇ ਸਿਰ 'ਤੇ ਬੈਠਣ ਵਾਲੀ ਗੱਲ ਹੈ ਸਰਕਾਰ ਦੀ ਕਿ ਅਸੀਂ ਤਾਂ ਇਹਦੇ ਉੱਤੇ ਸਾਡੇ ਅੰਡਰ ਆਊਗੀ ਪ੍ਰੋਪਰਟੀ ਉਹ ਮੱਠ ਦੀ। ਠੀਕ ਹੈ। ਤਾਂ ਇਹਦੇ ਨਾਲ ਜਿਹੜੀਆਂ ਪ੍ਰੀਐਂਬਲ ਦੇ ਵਿੱਚ ਚੀਜ਼ਾਂ ਦਿੱਤੀਆਂ ਹੋਈਆਂ ਸੀਗੀਆਂ ਉਹਦਾ ਉਲੰਘਣ ਹੋ ਰਿਹਾ ਸੀਗਾ। ਠੀਕ ਹੈ। ਤਾਂ ਇਸ ਦੇ ਅਗੇਂਸਟ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਮੁਕੱਦਮਾ ਕੀਤਾ, ਜਿਹੜਾ ਕਿ ਉਹ ਐਂਡ ਦੇ ਉੱਤੇ ਉਹਨਾਂ ਦੇ ਹੱਕ ਵਿੱਚ ਵੀ ਹੋ ਗਿਆ। ਠੀਕ ਹੈ। ਤਾਂ ਉਹਨਾਂ ਨੇ ਇਹੀ ਗੱਲ ਕਹੀ ਸੁਪਰੀਮ ਕੋਰਟ ਨੇ, ਵੀ ਜਿਹੜਾ ਬੇਸਿਕ ਸਟਰਕਚਰ ਹੈ ਨਾ ਉਹਦਾ, ਪ੍ਰੀਐਂਬਲ ਦਾ, ਕੌਂਸਟੀਟਿਊਸ਼ਨ ਦਾ, ਉਹਨੂੰ ਤੁਸੀਂ ਹਿਲਾ ਨਹੀਂ ਸਕਦੇ। ਠੀਕ ਹੈ। ਅਤੇ ਬਾਕੀ ਵੈਸੇ ਪਾਰਲੀਮੈਂਟ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਰਾਜ ਸਭਾ, ਲੋਕ ਸਭਾ ਦੇ ਇੱਕ ਸਦਨ ਦੇ ਵਿੱਚ ਆਉਂਦਾ, ਫਿਰ ਦੂਜੇ 'ਚ ਬਿੱਲ ਜਾਂਦਾ, ਫਿਰ ਪ੍ਰੈਜ਼ੀਡੈਂਟ ਦੇ ਸਿਗਨੇਚਰ ਨਾਲ ਉਹ ਬਿੱਲ ਕਾਨੂੰਨ ਬਣ ਜਾਂਦਾ, ਹੈ ਨਾ, ਵੀ ਉਸ ਤਰੀਕੇ ਨਾਲ ਨੋਰਮਲ ਚੀਜ਼ਾਂ ਆਪਾਂ ਚੇਂਜ ਕਰ ਸਕਦੇ ਹਾਂ। ਬਟ ਜਿਹੜੀ ਬੇਸਿਕ ਸਟਰਕਚਰ ਹੈ ਜਿਹਦੇ ਆਧਾਰ 'ਤੇ ਆਪਣਾ ਸੰਵਿਧਾਨ ਖੜ੍ਹਾ, ਉਹਨੂੰ ਆਪਾਂ ਚੇਂਜ ਬਿਲਕੁਲ ਵੀ ਨਹੀਂ ਕਰ ਸਕਦੇ। ਅੱਛਾ, ਜੇ ਮੈਂ ਬੇਸਿਕ ਸਟਰਕਚਰ ਨੂੰ ਥੋੜ੍ਹਾ ਜਿਹਾ
ਐਕਸਪਲੇਨ ਕਰਾਂ ਸਮਝਣ ਦੇ ਲਈ ਬੇਸਿਕ ਸਟਰਕਚਰ ਕੀ ਹੁੰਦੀ ਹੈ। ਜਿਵੇਂ ਦੇਖੋ ਆਪਾਂ ਕਹਿ ਦਿੰਦੇ ਹਾਂ ਨਾ ਕਿ ਸੁਪਰਮੇਸੀ ਆਫ ਕੌਨਸਟੀਟਿਊਸ਼ਨ, ਕਿ ਕੌਨਸਟੀਟਿਊਸ਼ਨ ਦੀ ਸੁਪਰਮੇਸੀ ਹੈ, ਕਿ ਸਾਰਾ ਕੁਛ ਹੈ ਜਿਹੜਾ ਕੌਨਸਟੀਟਿਊਸ਼ਨ ਦੇ ਆਧਾਰ 'ਤੇ ਹੀ ਫੈਸਲਾ ਲਿਆ ਜਾਂਦਾ, ਤਾਂ ਉਹ ਚੀਜ਼ ਨੂੰ ਚੇਂਜ ਨਹੀਂ ਕਰ ਸਕਦੇ ਲਾਈਕ ਆਪਾਂ, ਠੀਕ ਹੈ। ਜਾਂ ਆਪਾਂ ਜਿਵੇਂ ਕਹਿੰਦੇ ਹਾਂ ਕਿ ਆਪਣੇ ਇੰਡੀਆ ਦੇ ਵਿੱਚ ਪਾਰਲੀਮੈਂਟਰੀ ਟਾਈਪ ਆਫ ਗਵਰਨਮੈਂਟ ਹੈ, ਇਹ ਹੋ ਗਈ ਬੇਸਿਕ ਸਟਰਕਚਰ ਦਾ ਹੀ ਪਾਰਟ, ਤਾਂ ਇਹਨਾਂ ਚੀਜ਼ਾਂ ਨੂੰ ਆਪਾਂ ਚੇਂਜ ਨਹੀਂ ਕਰ ਸਕਦੇ ਬਿੱਲ ਪਾ ਕੇ, ਠੀਕ ਹੈ। ਵੈਸੇ ਅਮੈਂਡਮੈਂਟ ਕੀਤੀ ਜਾ ਸਕਦੀ ਹੈ, ਠੀਕ ਹੈ। ਕਈ ਬੁੱਕਸ ਦੇ ਵਿੱਚ ਇਹ ਚੀਜ਼ ਲਿਖੀ ਹੋਈ ਹੈ, ਮੈਂ ਤੁਹਾਨੂੰ ਪਰਟੀਕੂਲਰ ਲਾਈਨ ਦੱਸ ਦਿੰਦੀ ਹਾਂ ਕੀ ਦਿੱਤੀ ਹੋਈ ਹੈ, ਕਿ ਬੇਸਿਕ ਸਟਰਕਚਰ of constitution cannot be amended by parliament, cannot be amended ਹੁੰਦਾ ਚੇਂਜ ਕਰਨਾ, amended by parliament, ਠੀਕ ਹੈ। ਕਿਤੇ ਕਿਤੇ ਤਾਂ ਇਹ ਚੀਜ਼ ਦਿੱਤੀ ਹੋਈ ਹੈ, ਮਤਲਬ ਦੇਖੋ ਦੋਨਾਂ ਦਾ ਸੇਮ ਹੀ ਨਿਕਲੂਗਾ। ਕਿਤੇ ਕਿਤੇ ਦਿੱਤਾ ਹੋਏਗਾ preamble can amend but not its basic features, ਕਲੀਅਰ ਹੈ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਊਗਾ ਮੈਂ ਤੁਹਾਨੂੰ ਕੀ ਗੱਲ ਸਮਝਾਉਣਾ ਚਾਹੁੰਦੀ ਹਾਂ, ਠੀਕ ਹੈ ਜੀ। ਤਾਂ ਹੁਣ ਉਹਨਾਂ ਦੀ ਕੇਸ਼ਵਾਨੰਦ ਜੀ ਦੀ ਕੀ ਹੋ ਗਈ, ਡੈਥ ਹੋ ਗਈ, ਤਾਂ ਉਹ ਤੁਸੀਂ ਦੇਖ ਸਕਦੇ ਹੋ ਇਮੇਜ ਦੇ ਵਿੱਚ। ਇਸ ਤੋਂ ਇਲਾਵਾ ਜਿਹੜੀ ਅੱਛਾ ਕੇਸ਼ਵਾਨੰਦ ਭਾਰਤੀ ਤੋਂ ਇਹ ਵੀ ਯਾਦ ਰੱਖ ਲੈਣਾ ਕਿ ਜਿਹੜਾ ਉਹਨਾਂ ਨੇ ਉਹ ਦਾਇਰ ਕੀਤਾ ਸੀ ਨਾ ਪਟੀਸ਼ਨ, ਕਿੰਨੇ 'ਚ ਹੋਇਆ ਸੀਗਾ ਇਹ 1973, ਠੀਕ ਹੈ। ਈਅਰ ਯਾਦ ਰੱਖ ਲਿਓ, ਇੰਪੋਰਟੈਂਟ ਹੈਗਾ, ਕਲੀਅਰ ਹੈ। ਅਤੇ ਉਸ ਤੋਂ ਬਾਅਦ ਨੈਕਸਟ ਹੈਗੀ ਆਪਣੀ ਜਿਰੀ ਮੈਂਜਲ, ਇਹਨਾਂ ਦੀ ਵੀ ਕੀ ਹੋ ਗਈ ਜੀ, ਡੈਥ ਪਾਸਡ ਅਵੇ, ਠੀਕ ਹੈ। ਇਹ ਕੌਣ ਸੀਗੇ, ਚੈੱਕ ਫਿਲਮ ਡਾਇਰੈਕਟਰ ਸੀਗੇ ਇਹ, ਠੀਕ ਹੈ। ਇਹ ਯਾਦ ਰੱਖ ਲਿਓ। ਪਹਿਲੀ ਇਹਨੇ ਔਸਕਰ ਵੀ ਜਿੱਤਿਆ ਹੋਇਆ, ਔਸਕਰ ਵਿਨਿੰਗ ਹੈ ਇਹ, ਠੀਕ ਹੈ। ਅਤੇ ਫੀਚਰ ਫਿਲਮ, ਪਹਿਲੀ ਇਹਨਾਂ ਦੀ ਫੀਚਰ ਫਿਲਮ ਕਿਹੜੀ ਸੀ, ਕਲੋਜ਼ਲੀ ਵਾਚਡ ਟ੍ਰੇਨਸ, ਠੀਕ ਹੈ। ਵਾਚਡ ਦੇਖਣਾ ਲਾਈਕ, ਠੀਕ ਹੈ। ਤਾਂ ਇਹ ਸਾਰਾ ਕੁਛ ਯਾਦ ਰੱਖਣਾ ਹੈ। ਨੈਕਸਟ ਆ ਗਈ ਨਿਊਜ਼ ਆਪਣੀ ਪਾਰਟਨਰਸ਼ਿਪ ਤੋਂ, ਇਹ ਕੀ ਹੈ, ਵਟਸਐਪ ਹੈ ਜਿਹੜਾ, ਵਟਸਐਪ ਹੁਣ ਦੱਸਣ ਦੀ ਲੋੜ ਨਹੀਂ ਕੀ ਹੈ, ਸਭ ਨੂੰ ਪਤਾ ਹੀ ਹੈ ਨਾ। ਵਟਸਐਪ ਪਾਰਟਨਰਡ ਵਿਦ CPF, ਇਹਦੇ ਨਾਲ ਪਾਰਟਨਰ ਕੀਤਾ ਟੂ ਕ੍ਰੀਏਟ ਸਾਈਬਰ ਸੇਫਟੀ ਅਮੰਗ ਸਟੂਡੈਂਟਸ। ਅੱਛਾ, ਪਹਿਲਾਂ ਤਾਂ CPF ਦੀ ਮੈਂ ਤੁਹਾਨੂੰ ਫੁੱਲ ਫਾਰਮ ਦੱਸ ਦਿੰਦੀ ਹਾਂ। ਸਾਈਬਰ ਪੀਸ ਫਾਊਂਡੇਸ਼ਨ ਕੀ ਹੈ, ਸਾਈਬਰ ਪੀਸ ਫਾਊਂਡੇਸ਼ਨ, ਕਲੀਅਰ ਹੈ। ਇਹਦੀ ਫੁੱਲ ਫਾਰਮ ਹੈ ਇਹ। ਵਟਸਐਪ ਨੇ ਇਹਦੇ ਨਾਲ ਹੈ ਜਿਹੜਾ ਪਾਰਟਨਰਸ਼ਿਪ ਕੀਤੀ, ਕਾਹਦੇ ਲਈ, ਸਟੂਡੈਂਟਸ ਦੇ ਵਿੱਚ ਸਾਈਬਰ ਸੇਫਟੀ ਨੂੰ ਲੈ ਕੇ ਅਵੇਅਰਨੈਸ ਫੈਲਾਉਣ ਦੇ ਲਈ, ਠੀਕ ਹੈ। ਹੁਣ ਦੇਖੋ ਸਾਈਬਰ ਕ੍ਰਾਈਮ ਵਗੈਰਾ ਤੁਹਾਨੂੰ ਪਤਾ ਹੀ ਹੈ, ਵੱਧ ਰਿਹਾ ਡੇ ਬਾਏ ਡੇ, ਹੈ ਨਾ। ਤਾਂ ਸਾਈਬਰ ਸੇਫਟੀ ਕਿਵੇਂ ਰੱਖੀ ਜਾ ਸਕਦੀ ਹੈ, ਉਹਦੇ ਰਿਗਾਰਡਿੰਗ ਹੈ ਜਿਹੜੀ ਅਵੇਅਰਨੈਸ ਫੈਲਾਉਣ ਦੇ ਲਈ ਇਹ ਜਿਹੜਾ ਟਾਈ ਅਪ ਕੀਤਾ ਗਿਆ, ਠੀਕ ਹੈ। ਇਸ ਸਾਲ ਇਹਦਾ ਟਾਰਗੇਟ ਕੀ ਹੈ ਕਿ ਇਸ ਸਾਲ ਦੇ ਐਂਡ ਤੱਕ 5 ਸਟੇਟ ਦੇ 15,000 ਸਟੂਡੈਂਟਸ ਤੱਕ ਆਪਣੀ ਪਹੁੰਚ ਕਰਨੀ ਹੈ, ਉਹਨਾਂ ਨੂੰ ਅਵੇਅਰ ਕਰਨਾ, ਠੀਕ ਹੈ। ਅੱਛਾ, ਉਹ 5 ਸਟੇਟਸ ਕਿਹੜੀਆਂ ਨੇ, ਦਿੱਲੀ, MP, ਬਿਹਾਰ, ਝਾਰਖੰਡ ਅਤੇ ਮਹਾਰਾਸ਼ਟਰ, ਯਾਦ ਰੱਖ ਲਿਓ ਇਹ, ਠੀਕ ਹੈ। ਇਹ ਇਨਫੋਰਮੇਸ਼ਨ ਯਾਦ ਰੱਖਣੀ ਹੈ। ਇਸ ਤੋਂ ਇਲਾਵਾ ਤੁਸੀਂ ਹੋਰ ਕੀ ਯਾਦ ਰੱਖਣਾ ਹੈਗਾ, CPF ਬਾਰੇ ਕੁਝ ਬੇਸਿਕ ਇਨਫੋਰਮੇਸ਼ਨ ਦੱਸਦੀ ਹਾਂ। 2003 ਦੇ ਵਿੱਚ ਇਹ ਬਣਿਆ ਸੀ, ਨਿਊ ਦਿੱਲੀ ਦੇ ਵਿੱਚ ਇਹਦਾ ਹੈੱਡਕੁਆਟਰ ਹੈ। ਫਾਊਂਡਰ ਅਤੇ ਪ੍ਰੈਜ਼ੀਡੈਂਟ ਨੇ ਜਿਹੜੇ ਇਹਦੇ ਐਟ ਪ੍ਰੈਜ਼ੈਂਟ ਵਿਨੀਤ ਕੁਮਾਰ ਹੈ, ਕਲੀਅਰ ਹੈ ਜੀ, ਇੰਨਾ ਕੁ ਯਾਦ ਰੱਖ ਲਿਓ। ਓਕੇ ਜੀ, ਨੈਕਸਟ ਨਿਊਜ਼ ਦੇ ਉੱਤੇ ਚੱਲਦੇ ਹਾਂ। ਨੈਕਸਟ ਆ ਗਈ ਨਿਊਜ਼ ਆਪਣੇ ਡਿਫੈਂਸ ਤੋਂ। DRDO ਸਕਸੈਸਫੁਲੀ ਟੈਸਟਡ ਸਕ੍ਰੈਮ ਜੈਟ ਟੈਕਨੋਲੋਜੀ ਫॉर ਹਾਈਪਰਸੋਨਿਕ ਮਿਜ਼ਾਈਲ। DRDO ਨੇ ਸਕਸੈਸਫੁਲੀ ਟੈਸਟਡ ਕੀਤਾ ਸਕ੍ਰੈਮ ਜੈਟ ਟੈਕਨੋਲੋਜੀ ਨੂੰ, ਠੀਕ ਹੈ, ਫॉर ਹਾਈਪਰਸੋਨਿਕ ਮਿਜ਼ਾਈਲ। ਆ ਤੁਸੀਂ ਇਮੇਜ ਦੇ ਵਿੱਚ ਦੇਖ ਸਕਦੇ ਹੋ, ਠੀਕ ਹੈ। HSTDV ਦਾ ਸਫਲਤਾਪੂਰਵਕ ਜਿਹੜਾ ਇਹਨੇ ਪਰੀਖਣ ਕੀਤਾ, ਠੀਕ ਹੈ। ਇਹਦੀ ਫੁੱਲ ਫਾਰਮ ਵੀ ਹੁੰਦੀ ਹੈ, ਤੁਹਾਨੂੰ ਫੁੱਲ ਫਾਰਮ ਦੱਸ ਦਿੰਦੀ ਹਾਂ ਕੀ ਹੁੰਦੀ ਹੈ। ਇਹਦੀ ਫੁੱਲ ਫਾਰਮ ਹੈਗੀ ਹੈ ਜੀ ਹਾਈਪਰਸੋਨਿਕ, H 'ਤੇ ਆ ਜਾਊਗਾ ਹਾਈਪਰ, ਦੈਨ ਸੋਨਿਕ, T 'ਤੇ ਆ ਜਾਊ ਟੈਕਨੋਲੋਜੀ, D 'ਤੇ ਡੈਮੋਨਸਟ੍ਰੇਟਰ, V 'ਤੇ ਵਹੀਕਲ। ਫੁੱਲ ਫਾਰਮ ਕੀ ਬਣ ਗਈ, ਹਾਈਪਰਸੋਨਿਕ ਟੈਕਨੋਲੋਜੀ ਡੈਮੋਨਸਟ੍ਰੇਟਰ ਵਹੀਕਲ, ਠੀਕ ਹੈ। ਇਹਦੀ ਫੁੱਲ ਫਾਰਮ ਹੁੰਦੀ ਹੈ। ਅੱਛਾ, ਜਿਹੜੀ ਇਹਦੀ ਸਪੀਡ ਹੈ ਨਾ, ਸਾਊਂਡ ਦੀ ਸਪੀਡ ਤੋਂ 6 ਗੁਣਾ ਹੈ। ਜਿੰਨੀ ਸਾਊਂਡ ਦੀ ਸਪੀਡ ਹੁੰਦੀ ਹੈ ਨਾ, ਉਹਦੇ ਤੋਂ ਇਹਦੀ ਸਪੀਡ ਕਿੰਨੀ ਹੈ, 6 ਟਾਈਮਸ ਹੈ, ਠੀਕ ਹੈ, ਸਕਰੀਮਜੈਟ ਇੰਜਨ ਦੀ। ਇਹਦੀ ਕੀ ਹੈ, ਸਪੈਸ਼ੈਲਿਟੀ ਹੈ। ਅੱਛਾ, ਇਹਦੇ ਨਾਲ ਇਹ ਜਿਹੜੇ DRDO ਦੀ ਮਤਲਬ ਕੰਟਰੀਬਿਊਸ਼ਨ ਦੇ ਨਾਲ ਜਿਹੜਾ ਇਹ ਸਕਸੈਸਫੁਲੀ ਟੈਸਟ ਹੋ ਸਕਿਆ। ਤਾਂ ਇਸ ਟੈਸਟ ਦੇ ਨਾਲ ਜਿਹੜਾ ਆਪਣਾ ਇੰਡੀਆ ਹੈ, ਮੰਨੀਆਂ ਚੁਣੀਆਂ ਕੰਟਰੀਜ਼ ਦੇ ਵਿੱਚ ਆ ਗਿਆ, ਇਨਕਲੂਡ ਹੋ ਗਿਆ, ਜਿਨ੍ਹਾਂ ਕੋਲ ਇਹ ਟੈਕਨੋਲੋਜੀ ਹੈਗੀ ਹੈ। ਕਿਹਦੇ ਵਿੱਚ, USA ਦੇ ਕੋਲੇ ਹੈ, ਰਸ਼ੀਆ ਕੋਲੇ ਹੈ, ਚਾਈਨਾ ਕੋਲ ਹੈ, ਅਤੇ ਚੌਥੇ ਨੰਬਰ 'ਤੇ ਆਪਣੇ ਇੰਡੀਆ ਵੀ ਇਹਦੇ ਵਿੱਚ ਕਿਹੜਾ ਇਨਕਲੂਡ ਹੋ ਗਿਆ। ਅੱਛਾ, ਠੀਕ ਹੈ ਜੀ। ਅਤੇ ਟੈਸਟ ਕਿੱਥੋਂ ਕੀਤਾ ਇਹਨੂੰ, APJ ਅਬਦੁਲ ਕਲਾਮ ਕੰਪਲੈਕਸ ਕਿੱਥੇ ਆ, ਉੜੀਸਾ, ਉੱਥੋਂ ਇਹਨੂੰ ਟੈਸਟ ਕੀਤਾ, ਕਲੀਅਰ ਹੈ। ਅੱਛਾ, DRDO ਬਾਰੇ ਜੇ ਆਪਾਂ ਸਿੰਪਲ ਸਟੈਟਿਕ GK ਦੀ ਗੱਲ ਕਰੀਏ, 1 ਜਨਵਰੀ 1958 ਦੇ ਵਿੱਚ ਇਹ ਬਣਿਆ ਸੀਗਾ, ਤਾਂ ਹੀ ਕਰਕੇ 1 ਜਨਵਰੀ ਨੂੰ DRDO ਡੇ ਮਨਾਇਆ ਜਾਂਦਾ। ਮੈਂ 1 ਜਨਵਰੀ ਤੋਂ ਤੁਹਾਨੂੰ ਲਿੰਕ ਕਰਵਾਇਆ ਹੋਇਆ ਕਿ 1 ਜਨਵਰੀ 2015 ਨੂੰ ਹੀ ਨੀਤੀ ਆਯੋਗ ਬਣਿਆ ਸੀ। ਡੇਟ ਸੇਮ ਹੈ, ਈਅਰ ਦਾ ਫਰਕ ਹੈ, ਧਿਆਨ ਰੱਖ ਲਿਓ, ਠੀਕ ਹੈ। DRDO ਦੀ ਫੁੱਲ ਫਾਰਮ ਕੀ ਹੁੰਦੀ ਹੈ, ਸਭ ਤੋਂ ਪਹਿਲਾਂ ਡਿਫੈਂਸ ਰਿਸਰਚ ਡਿਵੈਲਪਮੈਂਟ ਆਰਗੇਨਾਈਜੇਸ਼ਨ। ਨਿਊ ਦਿੱਲੀ ਦੇ ਵਿੱਚ ਇਹਦਾ ਹੈੱਡਕੁਆਟਰ ਹੈ। ਚੇਅਰਮੈਨ ਹੈਗੇ ਆ ਜੀ ਇਹਦੇ G
ਸਤੀਸ਼ ਰੈਡੀ, ਜੀ ਸਤੀਸ਼ ਰੈਡੀ। ਇਹਨਾਂ ਤੋਂ ਇੱਕ ਹੋਰ ਕਰੰਟ ਅਫੇਅਰ ਯਾਦ ਰੱਖਣਾ ਤੁਸੀਂ ਕਿ ਜੀ ਸਤੀਸ਼ ਰੈਡੀ ਨੂੰ ਹੁਣ 2 ਸਾਲ ਦੀ ਐਕਸਟੈਂਸ਼ਨ ਮਿਲੀ ਹੈ, ਮਤਲਬ ਕਿ ਇਹਦਾ ਟਾਈਮ ਪੀਰੀਅਡ 2 ਸਾਲ ਤੱਕ ਹੋਰ ਹੈ ਜਿਹੜਾ ਵਧਾ ਦਿੱਤਾ ਗਿਆ। ਕਲੀਅਰ ਹੈ ਜੀ। ਹਾਂਜੀ, ਨੈਕਸਟ ਨਿਊਜ਼ 'ਤੇ ਚੱਲਦੇ ਹਾਂ। ਅਦਰਸ ਦੇ ਵਿੱਚ ਆਪਾਂ ਕੀ ਕੀਤਾ, ਵਿਜੇ ਰੂਪਾਨੀ ਫਲੈਗਡ ਆਫ ਕੋਵਿਡ-19 ਵਿਜੇ ਰੱਥ। ਵਿਜੇ ਰੂਪਾਨੀ ਕੌਣ ਨੇ? ਸਭ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ, ਸੀਐਮ ਹੈ ਜੀ ਕਿੱਥੋਂ ਦੇ? ਗੁਜਰਾਤ ਦੇ। ਇਹਨਾਂ ਨੇ ਫਲੈਗਡ ਆਫ ਕੀਤਾ, ਠੀਕ ਹੈ, ਕੀ? ਕੋਵਿਡ-19 ਵਿਜੇ ਰੱਥ। ਅੱਛਾ, ਜਿਹੜਾ ਕੋਵਿਡ-19 ਦੇ ਰਿਗਾਰਡਿੰਗ ਹੈ ਨਾ, ਇਹ ਫਿਰ ਅਵੇਅਰਨੈਸ ਫੈਲਾਊਗਾ। ਕੋਵਿਡ-19 ਕਰੋਨਾ ਵਾਇਰਸ ਡਿਸੀਜ਼, ਤੁਹਾਨੂੰ ਫੁੱਲ ਫਾਰਮ ਦੱਸੀ ਹੋਈ ਹੈ, ਕਰੋਨਾ ਵਾਇਰਸ ਡਿਸੀਜ਼ 2019 ਦੀ ਫੁੱਲ ਫਾਰਮ ਹੈ। ਇਹਦੇ ਰਿਗਾਰਡਿੰਗ ਅਵੇਅਰਨੈਸ ਫੈਲਾਊਗਾ, ਠੀਕ ਹੈ। ਹੁਣ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਜਿਹੜਾ ਇਹਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇਹਨੂੰ ਕੀ ਹੈਗਾ, ਰਵਾਨਾ ਕੀਤਾ ਗਿਆ ਇਸ ਵਿਜੇ ਰੱਥ ਨੂੰ 5 ਜ਼ਿਲ੍ਹਿਆਂ ਤੋਂ, ਠੀਕ ਹੈ। ਹੁਣ ਤਾਂ 5 ਤੋਂ ਕੀਤਾ, ਬਟ ਹੌਲੀ ਹੌਲੀ ਕੀ ਹੈ ਇਹ ਬਾਕੀ ਦੇ ਜ਼ਿਲ੍ਹੇ ਵੀ ਕਵਰ ਕਰੂਗਾ। ਕਲੀਅਰ ਹੈ, ਇਹ ਸਾਰਾ ਕੁਛ ਇਹ ਤੋਂ ਯਾਦ ਰੱਖਣਾ ਹੈ, ਗੁਜਰਾਤ ਤੋਂ, ਠੀਕ ਹੈ ਜੀ। ਗੁਜਰਾਤ ਤੋਂ ਜੇ ਮੈਂ ਪ੍ਰੀਵੀਅਸ ਨਿਊਜ਼ ਦੀ ਕਿਸੇ ਦੀ ਗੱਲ ਕਰਾਂ ਤਾਂ ਦੇਖੋ, ਮੈਂ ਤੁਹਾਨੂੰ ਕੁਐਸਚਨ ਵੀ ਪੁੱਛਿਆ ਸੀ MCQ ਦੇ ਵਿੱਚ, ਉਹ ਕਾਫੀ ਸਟੂਡੈਂਟਸ ਨੂੰ ਨਾ ਕਨਫਿਊਜ਼ਨ ਸੀ। ਮੈਂ ਇੱਥੇ ਕਲੀਅਰ ਕਰ ਦਿੰਦੀ ਹਾਂ, ਵੈਸੇ ਮੈਂ ਮੈਸੇਜ 'ਚ ਵੀ ਦੱਸਦਾ ਸੀਗਾ। ਗੁਜਰਾਤ ਤੋਂ ਆਪਾਂ ਨਿਊਜ਼ ਕੀਤੀ ਸੀ ਕਿ ਸੀ ਪਲੇਨ ਸਰਵਿਸ ਹੈ ਜਿਹੜੀ ਗੁਜਰਾਤ ਦੇ ਵਿੱਚ ਸਟਾਰਟ ਕੀਤੀ ਜਾਊਗੀ। ਉੱਥੇ ਮੈਂ ਬੋਲਤਾ ਸੀ ਸ਼ਾਇਦ ਕੀਤੀ ਗਈ ਹੈ ਨਾ, ਧਿਆਨ ਰੱਖ ਲਿਓ, ਕੀਤੀ ਜਾਊਗੀ 31 ਅਕਤੂਬਰ 2020 ਨੂੰ, ਠੀਕ ਹੈ। ਦੇਖੋ ਇੱਥੇ ਤਾਂ ਨਾ ਸੀ ਪਲੇਨ ਸਰਵਿਸ ਹੈ, ਗੁਜਰਾਤ ਦੀ ਜਿਹੜੀ ਮੈਂ ਗੱਲ ਕਰ ਰਹੀ ਹਾਂ ਇੱਥੇ ਤਾਂ ਹੈਗੀ ਸੀ ਪਲੇਨ ਸਰਵਿਸ, ਸੀ ਪਲੇਨ ਸਰਵਿਸ। ਉੱਥੇ ਆਨਸਰ ਅੱਧੇ ਸਟੂਡੈਂਟ ਕੇਰਲ ਦੇ ਰਹੇ ਸੀਗੇ। ਕੇਰਲ ਤੋਂ ਜਿਹੜੀ ਮੈਂ ਨਿਊਜ਼ ਕਰਾਈ ਸੀ ਉਹ ਸੀਗੀ ਫਸਟ ਸੀ ਐਂਬੂਲੈਂਸ, ਫਸਟ ਸੀ ਐਂਬੂਲੈਂਸ ਸੀਗੀ ਜੀ ਕੇਰਲ ਵਾਲੀ, ਜਿਹਦਾ ਨਾਮ ਪ੍ਰਤੀਕਸ਼ਾ ਸੀਗਾ। ਕੇਰਲ ਆਊਗਾ, ਐਂਬੂਲੈਂਸ ਆਊਗਾ, ਠੀਕ ਹੈ, ਤਾਂ ਸੀ ਆਊਗਾ, ਮਤਲਬ ਜੇ ਸੀ ਪਲੇਨ ਦੀ ਗੱਲ ਕਰਾਂਗੇ ਤਾਂ ਆਪਾਂ ਕੀ ਹੋਊਗਾ, ਗੁਜਰਾਤ। ਅੱਛਾ, ਮੈਂ ਤੁਹਾਨੂੰ ਲਿੰਕ ਕ੍ਰੀਏਟ ਕਰਾ ਦਿੰਦੀ ਹਾਂ ਕਿ ਅੱਗੇ ਤੋਂ ਉਲਝੋ ਨਾ ਬਿਲਕੁਲ ਵੀ ਤੁਸੀਂ। ਅੱਛਾ, ਤੁਸੀਂ ਕਨਫਿਊਜ਼ ਹੋ ਰਹੇ ਹੋ ਨਾ, ਕੇਰਲ ਤੋਂ ਐਂਬੂਲੈਂਸ ਯਾਦ ਰੱਖਣੀ ਹੈ ਬਸ, ਸੀ ਤਾਂ ਤੁਹਾਨੂੰ ਯਾਦ ਹੈ ਤਾਂ ਹੀ ਤਾਂ ਉਲਝੇ ਹੋ, ਐਂਬੂਲੈਂਸ ਯਾਦ ਰੱਖਣੀ ਹੈ। ਐਂਬੂਲੈਂਸ ਕਿਵੇਂ ਯਾਦ ਰੱਖੋਗੇ ਤੁਸੀਂ, ਮੈਂ ਦੱਸਦੀ ਹਾਂ। ਆਪਣਾ ਇੰਡੀਆ ਦਾ ਮੈਪ ਬਣ ਗਿਆ, ਆਪਣਾ ਇੱਥੇ ਜੇ ਪੰਜਾਬ, ਕੇਰਲ ਨੀਚੇ ਜੇ ਪੈ ਜਾਂਦਾ। ਅੱਛਾ, ਹੁਣ ਪੰਜਾਬ ਤੋਂ ਜਾਣਾ ਹੋਵੇ ਕੇਰਲ, ਬੰਦਾ ਜਾਂਦਾ ਜਾਂਦਾ ਹੀ ਥੱਕ ਜੂਗਾ, ਹੈ ਨਾ। ਮੰਨ ਲਓ ਤੁਰ ਕੇ ਆਪਾਂ ਚੱਲੀਏ ਲੋਕਡਾਊਨ 'ਚ, ਕਿਉਂਕਿ ਹੁਣ ਤਾਂ ਟ੍ਰੇਨਸ ਵਗੈਰਾ ਇੰਨੀਆਂ ਜਾ ਨਹੀਂ ਰਹੀਆਂ, ਤਾਂ ਆਪਾਂ ਤੁਰ ਕੇ ਚੱਲੀਏ ਤਾਂ ਆਪਾਂ ਥੱਕ ਜਾਵਾਂਗੇ, ਹੈ ਨਾ। ਫਿਰ ਆਪਾਂ ਨੂੰ ਐਂਬੂਲੈਂਸ 'ਤੇ ਜਾਣਾ ਪਊਗਾ। ਜੇ ਆਪਾਂ ਐਵੇਂ ਹੀ ਜਾਣ ਲੱਗੇ ਤਾਂ ਥੋੜ੍ਹਾ ਯਾਦ ਰਹਿ ਜੂ ਤੁਹਾਨੂੰ, ਕੇਰਲ ਤੋਂ ਐਂਬੂਲੈਂਸ। ਕਲੀਅਰ ਹੈ, ਯਾਦ ਰੱਖਣਾ। ਅੱਛਾ, ਗੁਜਰਾਤ ਤੋਂ ਕੀ ਕੀਤਾ ਸੀ ਆਪਾਂ, ਸੀ ਪਲੇਨ ਸਰਵਿਸ ਬਾਰੇ ਗੱਲ ਕਰ ਰਹੇ ਸੀ। 31 ਅਕਤੂਬਰ 2020 ਨੂੰ ਸਟਾਰਟ ਹੋਊਗੀ ਇਹ। ਸਾਬਰਮਤੀ ਰਿਵਰ ਤੋਂ ਲੈ ਕੇ ਕਾਵੜੀਆ ਦੇ ਸਟੈਚੂ ਆਫ ਯੂਨਿਟੀ ਤੱਕ ਇਹ ਮੂਵ ਕਰੂ, ਠੀਕ ਹੈ। ਸਰਦਾਰ ਵੱਲਭ ਭਾਈ ਪਟੇਲ ਜੀ ਦੀ ਜਯੰਤੀ ਹੁੰਦੀ ਹੈ 31 ਅਕਤੂਬਰ ਨੂੰ। ਨੈਸ਼ਨਲ ਯੂਨਿਟੀ ਡੇ ਵੀ ਮਨਾਇਆ ਜਾਂਦਾ, ਜਿਹਨੂੰ ਆਪਾਂ ਏਕਤਾ ਦਿਵਸ ਵੀ ਕਹਿੰਦੇ ਹਾਂ। ਕਲੀਅਰ ਹੈ, ਇਹ ਯਾਦ ਰੱਖਣਾ ਤੁਸੀਂ। ਅੱਛਾ, ਗੁਜਰਾਤ ਤੋਂ ਸਟੈਟਿਕ ਜੀਕੇ ਦੀ ਗੱਲ ਕਰਾਂ, ਦੇਖੋ ਵਿਜੇ ਰੂਪਾਨੀ ਤਾਂ ਸੀਐਮ ਹੋ ਗਏ, ਤੈਨੂੰ ਪਤਾ ਹੀ ਲੱਗ ਗਿਆ। ਗਵਰਨਰ ਹੈਗੇ ਆਚਾਰਿਆ ਦੇਵਵਰਤ। ਹਾਈ ਕੋਰਟ ਦੇ ਚੀਫ ਜਸਟਿਸ ਹੈਗੇ ਵਿਕਰਮ ਨਾਥ। ਕਲੀਅਰ ਹੈ, ਇੰਨੀ ਕੁ ਇਨਫੋਰਮੇਸ਼ਨ ਹੈ ਜਿਹੜੀ ਗੁਜਰਾਤ ਇਹ ਤੋਂ ਤੁਸੀਂ ਯਾਦ ਰੱਖ ਸਕਦੇ ਹੋ। ਹਾਂਜੀ, ਇੱਕ ਹੋਰ ਪੁਆਇੰਟ ਯਾਦ ਰੱਖ ਲਿਓ ਕਿ ਸਭ ਤੋਂ ਵੱਡੀ ਜਿਹੜੀ ਕੋਸਟਲ ਲਾਈਨ ਹੈ ਨਾ, ਉਹ ਇਹਦੀ ਬਣਦੀ ਹੈਗੀ, ਜਿਹੜੀ ਕੋਸਟਲ ਲਾਈਨ ਹੈ ਲਾਰਜੈਸਟ ਹੈ, ਗੁਜਰਾਤ ਦੀ ਹੈ। ਕਲੀਅਰ ਹੈ। ਹਾਂਜੀ, ਇਸ ਤੋਂ ਇਲਾਵਾ ਆਪਾਂ ਕੁਐਸਚਨਸ, ਲਾਸਟ ਡੇ ਦੇ ਕੁਐਸਚਨਸ ਹੈ ਜਿਹੜੇ ਉਹ ਡਿਸਕਸ ਕਰ ਲੈਂਦੇ ਹਾਂ। ਰੀਸੈਂਟਲੀ ਓਨਮ ਫੈਸਟੀਵਲ ਸੈਲੀਬ੍ਰੇਟਡ ਬਾਏ ਵਿਚ ਸਟੇਟ। ਰੀਸੈਂਟ ਦੇ ਵਿੱਚ ਕਹਿੰਦੇ ਜਿਹੜਾ ਓਨਮ ਫੈਸਟੀਵਲ ਹੈਗਾ ਇਹ ਕਿਹੜੀ ਸਟੇਟ ਦੁਆਰਾ ਮਨਾਇਆ ਗਿਆ? ਆਪਸ਼ਨ ਏ ਇਜ਼ ਕੇਰਲ, ਤਾਮਿਲਨਾਡੂ, ਗੋਆ ਐਂਡ ਗੁਜਰਾਤ। ਹਾਂਜੀ, ਇਹਦਾ ਕਰੈਕਟ ਆਨਸਰ ਦਿੱਤਾ ਸੀਗਾ ਸਭ ਨੇ ਆਲਮੋਸਟ। ਕੇਰਲ ਇਹਦਾ ਕਰੈਕਟ ਆਨਸਰ ਹੈ, ਕੇਰਲ ਇਹਦਾ ਕਰੈਕਟ ਆਨਸਰ ਹੈਗਾ। ਵੇਟ ਹਾਂਜੀ, ਕੇਰਲ 10 ਡੇਜ਼ ਦਾ ਸੀਗਾ ਜਿਹੜਾ ਇਹ ਫੈਸਟੀਵਲ ਸੀਗਾ, ਠੀਕ ਹੈ। ਕੇਰਲ ਤੋਂ ਕੁਛ ਕੁ ਇਨਫੋਰਮੇਸ਼ਨ ਤੁਸੀਂ ਯਾਦ ਰੱਖ ਸਕਦੇ ਹੋ। ਤ੍ਰਿਵੇਂਦਰਮਪੁਰਮ ਇੱਥੋਂ ਦੀ ਕੈਪੀਟਲ ਹੈ। ਪਿਨਰਈ ਵਿਜਨ ਜਿਹੜੇ ਇੱਥੋਂ ਦੇ ਸੀਐਮ ਨੇ। ਗਵਰਨਰ ਆਰਿਫ ਮੁਹੰਮਦ ਖਾਨ ਤੇ ਹਾਈ ਕੋਰਟ ਦੇ ਚੀਫ ਜਸਟਿਸ ਐਸ ਮਨੀ ਕੁਮਾਰ। ਕਲੀਅਰ ਹੈ ਜੀ, ਇੰਨਾ ਕੁ ਯਾਦ ਰੱਖ ਲਿਓ। ਨੈਕਸਟ ਆ ਗਿਆ, ਹੂ ਇਜ਼ ਰੀਸੈਂਟਲੀ ਅਪੋਇੰਟਡ ਐਜ਼ ਬ੍ਰਾਂਡ ਅੰਬੈਸਡਰ ਆਫ ਮਿਅੰਤਰਾ। ਇਹਦਾ ਰਾਈਟ ਆਨਸਰ ਹੈਗਾ ਜੀ ਆਪਸ਼ਨ ਨੰਬਰ ਸੀ, ਦੈਟ ਇਜ਼ ਕਾਇਰਾ ਅਡਵਾਨੀ। ਇਹ ਵੀ ਤੁਹਾਡਾ ਸਭ ਦਾ ਆਨਸਰ ਸੀਗਾ ਜਿਹੜਾ ਸਹੀ ਸੀਗਾ, ਠੀਕ ਹੈ। ਕੁਐਸਚਨਸ ਆਫ ਦ ਡੇ ਦੀ ਗੱਲ ਕਰਦੇ ਹਾਂ ਆਪਾਂ, ਇਹ ਆਨਸਰ ਕਰਕੇ ਜਾਈਓ ਮੈਨੂੰ ਕਮੈਂਟਸ ਦੇ ਵਿੱਚ। ਆਈ ਰਖਵਾਲੀ ਐਪ ਹੈ, ਆਈ ਰਖਵਾਲੀ ਐਪ ਰੀਸੈਂਟਲੀ ਲਾਂਚਡ ਬਾਏ ਵਿਚ ਸਟੇਟ ਆਫ ਇੰਡੀਆ। ਆਈ ਰਖਵਾਲੀ ਐਪ ਰੀਸੈਂਟ ਦੇ ਵਿੱਚ ਕਿਹੜੀ ਸਟੇਟ ਨੇ ਲਾਂਚ ਕੀਤਾ? ਗੁਜਰਾਤ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਜਾਂ ਫਿਰ ਪੰਜਾਬ। ਇਹਦਾ ਕਲੀਅਰ ਕੱਟ ਆਨਸਰ ਦੇ ਕੇ ਜਾਈਓ, ਠੀਕ ਹੈ ਜੀ। ਰੀਸੈਂਟਲੀ ਹੂ ਇਜ਼ ਅਪੋਇੰਟਡ ਐਜ਼ CEO ਆਫ ਰੇਲਵੇ ਬੋਰਡ। ਰੀਸੈਂਟ ਦੇ ਵਿੱਚ ਰੇਲਵੇ ਬੋਰਡ ਦੇ ਚੇਅਰਮੈਨ ਕਿਹਨੂੰ ਲਾਇਆ ਗਿਆ? ਪਿਊਸ਼ ਗੋਇਲ, ਅਜੇ ਮਿੱਤਲ, ਵਿਨੋਦ ਕੁਮਾਰ ਯਾਦਵ ਜਾਂ ਫਿਰ ਵਿਨੋਦ ਕਪੂਰ। ਇਹਦਾ ਵੀ ਆਨਸਰ ਦੇ ਕੇ ਜਾਈਓ। ਤੇ ਰੇਲਵੇ ਤੋਂ ਤਾਂ ਪਤਾ ਹੀ ਨਹੀਂ ਮੈਂ ਤੁਹਾਨੂੰ ਕਿੰਨੇ ਕੁ ਪੁਆਇੰਟ ਕਰਾਏ ਹੈ। ਅੱਜ ਕੁਐਸਚਨ ਆਇਆ ਤਾਂ ਮੈਨੂੰ A to Z ਪੁਆਇੰਟ ਦੱਸ ਕੇ ਜਾਈਓ, ਠੀਕ ਹੈ। ਜੇ ਤੁਸੀਂ ਅੱਜ ਮੈਨੂੰ ਰੇਲਵੇ ਨਾਲ ਰਿਲੇਟਡ ਫੈਕਟ ਨਹੀਂ ਦੱਸੇ ਨਾ ਸਟੈਟਿਕ ਦੇ ਵਿੱਚ, ਇਸ ਤੋਂ ਬਾਅਦ ਮੈਂ ਰੇਲਵੇ ਨਾਲ ਰਿਲੇਟਡ ਕੋਈ ਫੈਕਟ ਤੁਹਾਨੂੰ ਕਰਾਉਣਾ ਨਹੀਂ ਹੈਗਾ, ਕਿਉਂਕਿ ਇੰਨੇ ਸਾਰੇ ਫੈਕਟ ਦੱਸੇ ਹੋਏ ਨੇ ਮੈਂ ਤੁਹਾਨੂੰ, ਤੇ ਸਾਰੇ ਦੇ ਸਾਰੇ ਤੁਹਾਨੂੰ ਬਹੁਤ ਵਾਰ ਰਿਵਾਈਜ਼ ਕਰਾਏ ਹੋਏ ਨੇ। ਦੇਖੋ ਮੈਨੂੰ ਵੀ ਤਾਂ ਪਤਾ ਲੱਗੇ ਨਾ ਤੁਹਾਨੂੰ ਸਮਝ ਵੀ ਆ ਰਿਹਾ ਕਿ ਨਹੀਂ ਆ ਰਿਹਾ। ਪਲੀਜ਼ ਨੀਚੇ ਨਾ ਆਨਸਰ ਦੇ ਵਿੱਚ ਰੇਲਵੇ ਤੋਂ ਕਮੈਂਟਸ ਦੇ ਕੇ ਜਾਈਓ ਕਿ ਕਿਹੜੇ ਕਿਹੜੇ ਪੁਆਇੰਟ ਤੁਹਾਨੂੰ ਮੈਂ ਕਰਵਾਏ ਹੋਏ ਆ। ਕਲੀਅਰ ਹੈ ਜੀ।
ਇੰਪੋਰਟੈਂਟ ਆਰਗੇਨਾਈਜੇਸ਼ਨਸ ਦੀ ਗੱਲ ਕਰਦੇ ਹਾਂ। ਇਹ ਵੀ ਆਪਣੀ ਸੀਰੀਜ਼ ਹੈ ਜਿਹੜੀ ਵਧੀਆ ਤਰੀਕੇ ਨਾਲ ਚੱਲ ਰਹੀ ਹੈ। ਤਾਂ ਇੰਪੋਰਟੈਂਟ ਆਰਗੇਨਾਈਜੇਸ਼ਨਸ ਜਿਹੜੀਆਂ ਮੈਂ ਤੁਹਾਨੂੰ ਪਹਿਲਾਂ ਕਰਾਤੀਆਂ, ਪਹਿਲਾਂ ਉਹ ਰਿਵਾਈਜ਼ ਕਰਦੇ ਹਾਂ, ਇਹਨਾਂ ਦੇ ਬਾਅਦ 'ਚ ਆਵਾਂਗੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਨੇਵਾ ਤੋਂ ਕਰਾਇਆ ਸੀਗਾ ਕਿ ਜਨੇਵਾ ਦੇ ਵਿੱਚ ਕਿਹਦੇ ਹੈੱਡਕੁਆਟਰਸ ਹੈ, ਉਹ ਯਾਦ ਰੱਖਣੀਆਂ ਨੇ। WHO, WTO, ILO, ਵਿਪੋ ਕਰਾਈ ਸੀ ਹੈ ਨਾ, ਵਰਲਡ ਮੈਟਰੋਲੋਜੀਕਲ ਆਰਗੇਨਾਈਜੇਸ਼ਨ, ਇੰਟਰਨੈਸ਼ਨਲ ਕਮੇਟੀ ਫॉर ਰੈੱਡ ਕਰਾਸ ਆਰਗੇਨਾਈਜੇਸ਼ਨ, ਇੰਟਰਨੈਸ਼ਨਲ ਸਟੈਂਡਰਡਾਈਜੇਸ਼ਨ ਆਰਗੇਨਾਈਜੇਸ਼ਨ, UN ਕਾਨਫਰੰਸ ਔਨ ਟ੍ਰੇਡ ਐਂਡ ਡਿਵੈਲਪਮੈਂਟ। ਇਹ ਸਾਰਿਆਂ ਦੇ ਹੈੱਡਕੁਆਟਰ ਸੀਗੇ ਜਨੇਵਾ ਦੇ ਵਿੱਚ। ਉਸ ਤੋਂ ਬਾਅਦ ਆਪਾਂ ਕੀਤਾ ਸੀ ਲੰਡਨ ਤੋਂ, ਕਿ ਲੰਡਨ ਦੇ ਵਿੱਚ ਕਿਹਦੇ ਹੈੱਡਕੁਆਟਰਸ ਹੈ। ਇੰਟਰਨੈਸ਼ਨਲ ਮੈਰੀਟਾਈਮ ਆਰਗੇਨਾਈਜੇਸ਼ਨ MNST, ਇੰਟਰਨੈਸ਼ਨਲ ਕਾਮਨਵੈਲਥ ਆਫ ਨੇਸ਼ਨਸ ਕੀਤਾ ਸੀ ਆਪਾਂ, ਅਤੇ ਕਾਮਨਵੈਲਥ ਆਫ ਟੈਲੀਕਮਿਊਨੀਕੇਸ਼ਨ ਆਰਗੇਨਾਈਜੇਸ਼ਨ। ਇਹਨਾਂ ਸਭ ਦੇ ਹੈੱਡਕੁਆਟਰਸ ਲੰਡਨ ਦੇ ਵਿੱਚ ਹੈ। ਵਾਸ਼ਿੰਗਟਨ DC ਤੋਂ ਕਿਹੜੇ ਕੀਤੇ ਸੀ, IMF ਦਾ ਹੈੱਡਕੁਆਟਰ, ਵਰਲਡ ਬੈਂਕ ਦਾ ਹੈੱਡਕੁਆਟਰ ਅਤੇ ਨਾਸਾ ਦਾ। ਕਲੀਅਰ ਹੈ। ਇਸ ਤੋਂ ਇਲਾਵਾ ਆਪਾਂ ਹੋਰ ਕੀਤਾ ਸੀਗਾ ਪੈਰਿਸ ਤੋਂ, ਹੈ ਨਾ। ਨਹੀਂ ਪੈਰਿਸ ਤੋਂ ਆਪਾਂ ਹਜੇ ਕੀਤਾ ਨਹੀਂ, ਨਾਇਰੋਬੀ। ਪੈਰਿਸ ਤੋਂ ਤਾਂ ਅੱਜ ਕਰਨਾ। ਨਾਇਰੋਬੀ ਦੇ ਵਿੱਚ ਕਿਹਦਾ ਹੈੱਡਕੁਆਟਰ ਸੀਗਾ, UNEP ਮਤਲਬ ਯੂਨਾਈਟਿਡ ਨੇਸ਼ਨ ਇਨਵਾਇਰਮੈਂਟਲ ਪ੍ਰੋਗਰਾਮ। ਅਤੇ ਰੋਮ ਇਟਲੀ ਹੈ ਨਾ, ਰੋਮ ਇਟਲੀ ਤੋਂ ਤੁਹਾਨੂੰ ਕਰਵਾਇਆ ਸੀ ਮੈਂ FAO, ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ, ਇਹਦਾ ਹੈੱਡਕੁਆਟਰ। ਅੱਜ ਕੁਛ ਨਵੇਂ ਹੈੱਡਕੁਆਟਰਸ ਕਰਦੇ ਹਾਂ, ਬੈਟਰ ਵੇ ਨਾਲ ਇਹਨੂੰ ਯਾਦ ਕਰਨਾ ਹੈ। ਨਿਊਯਾਰਕ ਦੇ ਵਿੱਚ ਕਿਹਦਾ ਹੈੱਡਕੁਆਟਰ ਹੈ, UNO, UNICEF ਅਤੇ UNDP। ਅੱਛਾ, ਮੈਂ ਇਹਦੀ ਫੁੱਲ ਫਾਰਮ ਦੱਸ ਦਿੰਦੀ ਹਾਂ। UN ਤਾਂ ਮੂਹਰੇ ਜਿੱਥੇ ਆ ਗਿਆ ਯੂਨਾਈਟਿਡ ਨੇਸ਼ਨ ਹੀ ਹੋਊਗਾ। ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਸਭ ਤੋਂ ਪਹਿਲਾਂ, ਯੂਨਾਈਟਿਡ ਨੇਸ਼ਨ ਇੰਟਰਨੈਸ਼ਨਲ ਚਾਈਲਡ ਐਮਰਜੈਂਸੀ ਫੰਡ, ਠੀਕ ਹੈ। UNICEF ਯਾਦ ਰੱਖਣਾ। ਦੈਨ ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ, ਇਹਦਾ ਫੁੱਲ ਫਾਰਮ ਹੈ। ਕਲੀਅਰ ਹੈ, ਇਹਨੂੰ ਲਿਖ ਲਿਓ। ਪੈਰਿਸ ਦੇ ਵਿੱਚ ਕਿਹਦਾ ਹੈੱਡਕੁਆਟਰ ਹੈ, UNESCO ਦਾ ਅਤੇ ਆਰਗੇਨਾਈਜੇਸ਼ਨ ਫॉर ਇਕਨੋਮਿਕ ਕੋਆਪਰੇਸ਼ਨ ਡਿਵੈਲਪਮੈਂਟ, ਠੀਕ ਹੈ। ਇਹ ਤੁਸੀਂ ਯਾਦ ਕਰ ਲਿਓ, ਠੀਕ ਹੈ। ਇਹਨਾਂ ਦੋਨੋਂ ਦੇ ਹੈੱਡਕੁਆਟਰਸ ਪੈਰਿਸ ਦੇ ਵਿੱਚ ਹੈ। ਇਸ ਤੋਂ ਇਲਾਵਾ ਆਪਾਂ ਨਾ ਪਿਛਲੇ ਵੀਡੀਓ ਦੇ ਵਿੱਚ ਆਸਟਰੀਆ ਤੋਂ ਕੀਤਾ ਸੀਗਾ, ਆਸਟਰੀਆ ਵਿਆਨਾ, ਹੈ ਨਾ। ਉੱਥੇ ਕਿਹਦੇ ਹੈੱਡਕੁਆਟਰਸ ਹੈਗੇ। ਮੈਂ ਤੁਹਾਨੂੰ ਕਿਹਾ ਸੀ ਇੰਡਸਟਰੀ ਨਾਲ ਰਿਲੇਟਡ ਯਾਦ ਰੱਖਿਓ। ਇੱਕ ਤਾਂ OPEC ਤੁਹਾਨੂੰ ਕਰਾਇਆ ਸੀ, ਮੈਂ ਕਿਹਾ ਸੀ ਮੇਨ ਹੈ ਇਹਦੇ ਵਿੱਚ। ਉਸ ਤੋਂ ਇਲਾਵਾ ਆਪਾਂ ਕੀਤਾ ਸੀ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ, ਹੈ ਨਾ, UN ਇੰਡਸਟਰੀਅਲ ਡਿਵੈਲਪਮੈਂਟ ਆਰਗੇਨਾਈਜੇਸ਼ਨ। ਇਹਨਾਂ ਦੇ ਹੈੱਡਕੁਆਟਰਸ ਕਿੱਥੇ ਨੇ, ਆਸਟਰੀਆ ਦੇ ਵਿੱਚ। ਕਲੀਅਰ ਹੈ ਜੀ। ਇੰਨੀ ਕੀ ਇਨਫੋਰਮੇਸ਼ਨ ਇਹਨਾਂ ਸਟੈਟਿਕ ਪਾਰਟ ਤੋਂ ਤੁਸੀਂ ਯਾਦ ਰੱਖਣਾ ਹੈ। ਅੱਗੇ ਤੋਂ ਜਿਹੜੇ ਮੈਂ ਤੁਹਾਨੂੰ ਕੁਐਸਚਨਸ ਕਰਾਉਂਦੀ ਹੁੰਦੀ ਹਾਂ ਨਾ, ਪੁੱਛਦੀ ਹੁੰਦੀ ਤੁਹਾਡੇ ਤੋਂ ਕੁਐਸਚਨਸ ਕਿ ਇਹਨਾਂ ਦਾ ਮੈਨੂੰ ਆਨਸਰ ਦਿਓ, ਕੁਐਸਚਨਸ ਆਫ ਦੀ ਡੇਜ਼, ਹੈ ਨਾ। ਤਾਂ ਉਹਦੇ ਵਿੱਚ ਮੈਂ ਤੁਹਾਡੇ ਤੋਂ ਇਹ ਆਰਗੇਨਾਈਜੇਸ਼ਨਸ ਵੀ ਪੁੱਛ ਸਕਦੀ, ਇਸ ਲਈ ਰਿਵਾਈਜ਼ ਕਰਾਉਂਦੀ ਹਾਂ। ਤਾਂ ਪਲੀਜ਼ ਇਹਨਾਂ ਨੂੰ ਚੰਗੀ ਤਰ੍ਹਾਂ ਨੋਟ ਕਰਕੇ ਯਾਦ ਰੱਖਣਾ ਹੈ। ਕਲੀਅਰ ਹੈ ਜੀ। ਹਾਂਜੀ, ਅਨਅਕੈਡਮੀ ਦੇ ਉੱਤੇ ਲਾਈਵ ਕਲਾਸਿਸ ਹੁੰਦੀਆਂ ਨੇ ਫਨਕਾਰ ਸਰ ਦੀਆਂ, ਠੀਕ ਹੈ। ਜ਼ਰੂਰ ਉਸ ਚੀਜ਼ ਨੂੰ ਵਿਜ਼ਿਟ ਕਰਨਾ। ਉਹਨਾਂ ਦੀਆਂ ਕਲਾਸਿਸ ਅਤੇ ਉਹਨਾਂ ਦਾ ਪੜ੍ਹਾਉਣ ਦਾ ਢੰਗ ਬਹੁਤ ਜ਼ਿਆਦਾ ਵਧੀਆ ਹੈ। ਤਾਂ ਪਲੀਜ਼ ਉਹਨਾਂ ਨੂੰ ਦੇਖਿਓ, ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਹੋਣਗੀਆਂ, ਠੀਕ ਹੈ। ਅਤੇ ਇਹ ਨੰਬਰ ਉਹਨਾਂ ਦਾ ਸਕਰੀਨ 'ਤੇ ਫਲੈਸ਼ ਹੋ ਰਿਹਾ। ਕੋਈ ਡਾਊਟ ਵਗੈਰਾ ਇਹ ਤੋਂ ਕਲੀਅਰ ਕਰ ਸਕਦੇ ਹੋ। ਡਿਸਕ੍ਰਿਪਸ਼ਨ ਬਾਕਸ ਜ਼ਰੂਰ ਵਿਜ਼ਿਟ ਕਰ ਲਈ, ਤੁਹਾਡੇ ਕੰਮ ਦੇ ਬਹੁਤ ਸਾਰੇ ਲਿੰਕਸ ਮਿਲ ਜਾਣਗੇ। ਥੈਂਕਸ ਫॉर ਵਾਚਿੰਗ ਦਿਸ ਵੀਡੀਓ ਵਧੀਆ ਲੱਗੀ, ਤੁਹਾਡੇ ਲਈ ਹੈਲਪਫੁਲ ਹੈ। ਲਾਈਕ ਕਰਨ ਨਾਲ ਕੁਝ ਵੀ ਨਹੀਂ ਘੱਸਦਾ, ਹੈ ਨਾ। ਤੁਹਾਡਾ 1 ਰੁਪਿਆ ਵੀ ਖਰਚ ਨਹੀਂ ਹੁੰਦਾ। ਤਾਂ ਲਾਈਕ ਕਰ ਦਿਓ, ਕਮੈਂਟ ਕਰਕੇ ਦੱਸ ਕੇ ਜਾਈਓ ਜਿਹੜੇ ਕੁਐਸਚਨਸ ਪੁੱਛਿਆ, ਔਰ ਆਪਣੀ ਫੀਡਬੈਕ ਦੇ ਸਕਦੇ ਹੋ, ਠੀਕ ਹੈ। ਅਤੇ ਇਸ ਤੋਂ ਇਲਾਵਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ। ਥੈਂਕ ਯੂ ਸੋ ਮੱਚ। ਮਿਲਦੇ ਹਾਂ ਨੈਕਸਟ ਵੀਡੀਓ 'ਚ।